ਹੈਲੋ एवरीवन ਜੇ ਤੁਸੀਂ ਪੰਜਾਬ ਗਵਰਨਮੈਂਟ ਦੇ ਸਟਾਫ ਨਰਸ ਰਿਕਰੂਟਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਇਹ ਵੀਡੀਓ ਬਿਲਕੁਲ ਤੁਹਾਡੇ ਲਈ ਹੈ। ਇਸ ਚੈਨਲ ਤੇ ਅਸੀਂ ਪ੍ਰੀਵੀਅਸ ਈਅਰ ਕੁਐਸਚਨਸ ਡਿਸਕਸ ਕਰਾਂਗੇ ਜੋ ਤੁਹਾਡੀ ਐਗਜ਼ਾਮ ਪ੍ਰੈਪਰੇਸ਼ਨ ਨੂੰ ਬੂਸਟ ਕਰਨਗੇ ਐਂਡ ਆਈ ਹੋਪ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਊਗੀ। ਸੋ ਬਿਫੋਰ ਸਟਾਰਟਿੰਗ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸੋ ਲੈਟਸ ਸਟਾਰਟ। ਸਾਡਾ ਫਰਸਟ ਕੁਐਸਚਨ ਹੈਗਾ ਹੈ ਜੀ, ਸ਼ਿਕ ਟੈਸਟ ਇਜ਼ ਡਨ ਫॉर ਡਾਇਗਨੋਸਿਸ ਆਫ ਰੂਬੈਲਾ, diphtheria, measles or mumps, and here the correct answer is diphtheria because ਜਿਹੜਾ ਸ਼ਿਕ ਟੈਸਟ ਹੁੰਦਾ ਆ ਇਹਨੂੰ ਆਪਾਂ ਯੂਜ਼ ਕਰਦੇ ਆ ਇਹ ਚੈੱਕ ਕਰਨ ਲਈ ਕਿ ਜਿਹੜਾ ਪਰਸਨ ਹੈਗਾ ਆ ਉਹ ਕਿੰਨਾ ਸਸੈਪਟੇਬਲ ਆ ਡਿਪਥੀਰੀਆ ਨੂੰ ਜਾਂ ਉਹਦੀ ਇਮਿਊਨਿਟੀ ਡਿਵੈਲਪ ਹੋਈ ਆ ਜਾਂ ਨਹੀਂ ਹੈਗੀ। ਐਂਡ ਇਹਦੇ ਵਿੱਚ ਅਸੀਂ ਚੈੱਕ ਕਰਦੇ ਹਾਂ ਕਿ ਪਰਸਨ ਦੀ ਬੋਡੀ ਦੇ ਵਿੱਚ ਜਿਹੜੇ ਡਿਪਥੀਰੀਆ ਨੂੰ ਕੌਜ਼ ਕਰਨ ਵਾਲਾ ਬੈਕਟੀਰੀਆ ਕੋਰਨੀਬੈਕਟੀਰੀਅਮ ਡਿਪਥੀਰੀਏ ਆ ਉਹਦੇ ਅਗੇਂਸਟ ਐਂਟੀਟੌਕਸਿਨਸ ਯਾਨੀ ਕਿ ਐਂਟੀਬੋਡੀਜ਼ ਬਣੀਆਂ ਵਾ ਜਾਂ ਨਹੀਂ ਬਣੀਆਂ। ਐਂਡ ਹੁਣ ਇਹਦੇ ਵਿੱਚ ਪ੍ਰੋਸੀਜਰ ਜਿਹੜਾ ਫੋਲੋ ਕੀਤਾ ਜਾਂਦਾ ਹੈ ਸ਼ਿਕ ਟੈਸਟ ਦੇ ਵਿੱਚ ਕੀ ਕੀਤਾ ਜਾਂਦਾ, ਜਿਹੜੀਆਂ ਦੋਨੋਂ ਫੋਰ ਆਰਮਸ ਹੁੰਦੀਆਂ ਪਰਸਨ ਦੀਆਂ ਉਹਨਾਂ ਦੋਨਾਂ ਨੂੰ ਯੂਜ਼ ਕੀਤਾ ਜਾਂਦਾ ਆ। ਇੱਕ ਫੋਰ ਆਰਮ ਦੇ ਉੱਤੇ ਜਿਹੜਾ ਡਿਪਥੀਰੀਆ ਟੌਕਸਿਨ ਹੁੰਦਾ ਵਾ ਡਾਇਲਿਊਟ ਫਾਰਮ ਦੇ ਵਿੱਚ 0.1 ml ਅਮਾਊਂਟ ਯੂਜ਼ ਕੀਤਾ ਜਾਂਦਾ ਵਾ, ਉਹਨੂੰ ਇੰਟਰਾਡਰਮਲੀ ਇੰਜੈਕਟ ਕੀਤਾ ਜਾਂਦਾ ਆ। ਅਤੇ ਜਿਹੜੀ ਦੂਸਰੀ ਫੋਰ ਆਰਮ ਆ ਉਹਨੂੰ ਐਜ਼ ਅ ਕੰਟਰੋਲ ਆਰਮ ਲਿਆ ਜਾਂਦਾ ਆ, ਮਤਲਬ ਉਹਦੇ ਵਿੱਚ ਵੀ ਟੌਕਸਿਨ ਇੰਜੈਕਟ ਕੀਤਾ ਜਾਂਦਾ ਬਟ ਉਹ ਜਿਹੜਾ ਟੌਕਸਿਨ ਆ ਉਹਨੂੰ ਹੀਟ ਦੇ ਨਾਲ ਇਨਐਕਟੀਵੇਟ ਕਰ ਦਿੱਤਾ ਜਾਂਦਾ ਆ, ਮੀਨਸ ਉਹ ਰਿਐਕਸ਼ਨ ਕੋਈ ਜ਼ਿਆਦਾ ਪ੍ਰੋਡਿਊਸ ਨਹੀਂ ਕਰੂਗਾ। ਐਂਡ ਦੈਨ ਉਸ ਤੋਂ ਬਾਅਦ ਆਫਟਰ 24 to 48 ਆਵਰਸ ਇਹਨਾਂ ਦੋਨਾਂ ਆਰਮਸ ਦੇ ਉੱਤੇ ਜਿਹੜੀ ਰਿਐਕਸ਼ਨ ਆ ਉਹਨੂੰ ਕੰਪੇਅਰ ਕੀਤਾ ਜਾਂਦਾ ਆ। ਐਂਡ ਜੇ ਤੇ ਕੋਈ ਰਿਐਕਸ਼ਨ ਨਹੀਂ ਆਉਂਦੀ ਟੌਕਸਿਨ ਸਾਈਡ 'ਤੇ, ਕੰਟਰੋਲ ਸਾਈਡ 'ਤੇ ਵੀ ਕੁਛ ਨਹੀਂ ਹੈਗਾ, ਟੌਕਸਿਨ ਸਾਈਡ 'ਤੇ ਵੀ ਕੁਛ ਨਹੀਂ ਆ, ਮੀਨਸ ਟੈਸਟ ਜਿਹੜਾ ਨੈਗੇਟਿਵ ਆ ਐਂਡ ਪਰਸਨ ਡਿਪਥੀਰੀਆ ਨੂੰ ਇਮਿਊਨ ਆ। ਦੈਨ ਆ ਜਾਂਦਾ ਆ ਹੁਣ ਪੋਜ਼ੀਟਿਵ ਰਿਐਕਸ਼ਨ। ਜੇ ਤੇ ਟੌਕਸਿਨ ਸਾਈਡ ਦੇ ਉੱਤੇ ਰੈਡਨੈਸ ਐਂਡ ਸਵੈਲਿੰਗ ਹੁੰਦੀ ਆ ਬਟ ਕੰਟਰੋਲ ਸਾਈਡ 'ਤੇ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਹੈਗਾ, ਇਹ ਇੰਡੀਕੇਟ ਕਰਦਾ ਹੈ ਕਿ ਪਰਸਨ ਸਸੈਪਟੇਬਲ ਹੈਗਾ ਆ ਡਿਪਥੀਰੀਆ ਨੂੰ ਐਂਡ ਇਹਨੂੰ ਅਸੀਂ ਬੋਲਦੇ ਹਾਂ ਪੋਜ਼ੀਟਿਵ ਟੈਸਟ। ਦੈਨ ਆ ਜਾਂਦਾ ਆਪਣੇ ਕੋਲ ਸੂਡੋ ਪੋਜ਼ੀਟਿਵ। ਹੁਣ ਸੂਡੋ ਪੋਜ਼ੀਟਿਵ ਜਿਹੜਾ ਆ ਇਹ ਫਾਲਸ ਪੋਜ਼ੀਟਿਵ ਰੀਡਿੰਗ ਹੁੰਦੀ ਆ, ਮੀਨਸ ਜਿਹੜੀ ਕੰਟਰੋਲ ਆਰਮ ਸੀਗੀ ਉਹਦੇ ਉੱਤੇ ਤਾਂ ਰਿਐਕਸ਼ਨ ਨਹੀਂ ਸੀ ਹੋਣੀ ਚਾਹੀਦੀ ਬਟ ਕੰਟਰੋਲ ਆਰਮ 'ਤੇ ਵੀ ਰੈਡਨੈਸ ਸ਼ੋ ਹੁੰਦੀ ਆ, ਅਤੇ ਜਿਹੜੀ ਆਪਾਂ ਆਰਮ 'ਤੇ ਟੌਕਸਿਨ ਫੋਰ ਆਰਮ 'ਤੇ ਟੌਕਸਿਨ ਇੰਜੈਕਟ ਕੀਤਾ ਸੀ ਉੱਥੇ ਵੀ ਰਿਐਕਸ਼ਨ ਸ਼ੋ ਹੁੰਦੀ ਹੈ, ਦੋਨਾਂ ਸਾਈਡਸ 'ਤੇ ਥੋੜ੍ਹੀ ਥੋੜ੍ਹੀ ਰੈਡਨੈਸ ਆ। ਐਂਡ ਉਹਦਾ ਰੀਜ਼ਨ ਹੁੰਦਾ ਆ ਕਿ ਹਾਈਪਰ ਸੈਂਸਿਟੀਵਿਟੀ ਆ ਪਰਸਨ ਨੂੰ ਇੰਜੈਕਸ਼ਨ ਤੋਂ, ਇਸ ਕਰਕੇ ਉਹਦੇ ਉਹ ਰਿਐਕਸ਼ਨ ਸ਼ੋ ਹੋਇਆ ਆ, ਨਾ ਕਿ ਡਿਪਥੀਰੀਆ ਦੇ ਕਰਕੇ। ਠੀਕ ਹੈ ਜੀ, ਸੋ ਦਿਸ ਇਜ਼ ਦ ਸ਼ਿਕ ਟੈਸਟ। Our next question is, poliovirus enters in body by ingestion, inoculation, sexual contact or all of the above? ਹੁਣ ਇੱਥੇ ਸਾਡਾ ਕਰੈਕਟ ਆਨਸਰ ਹੈਗਾ ਜੀ ਇੰਜੈਸ਼ਨ, ਬਿਕੋਜ਼ ਜਿਹੜਾ ਪੋਲੀਓ ਵਾਇਰਸ ਹੈਗਾ ਆ ਉਹ ਸਾਡੀ ਬੋਡੀ ਦੇ ਵਿੱਚ ਐਂਟਰ ਕਰਦਾ ਆ ਵਾਇਆ ਫੀਕੋ ਔਰਲ ਰੂਟ। ਐਂਡ ਇਹਦੇ ਲਈ ਆਪਾਂ ਦੇਖਦੇ ਹਾਂ ਪੋਲੀਓ ਵਾਇਰਸ ਦਾ ਲਾਈਫ ਸਾਈਕਲ। ਸੋ ਜਦੋਂ ਵੀ ਕੋਈ ਪਰਸਨ ਕੰਟੈਮੀਨੇਟਡ ਫੂਡ ਜਾਂ ਡਰਿੰਕਸ ਨੂੰ ਇੰਜੈਸਟ ਕਰੂਗਾ ਜਿਹਦੇ ਵਿੱਚ ਪੋਲੀਓ ਵਾਇਰਸ ਪ੍ਰੈਜ਼ੈਂਟ ਸੀਗਾ, ਉਹ ਸਾਡੀ ਬੋਡੀ ਦੇ ਵਿੱਚ ਐਂਟਰ ਕਰੂਗਾ ਵਾਇਆ ਮਾਊਥ ਥਰੂ ਕੰਟੈਮੀਨੇਟਡ ਫੂਡ ਐਂਡ ਵਾਟਰ ਐਂਡ ਉਸ ਤੋਂ ਬਾਅਦ ਇਹ ਜਾ ਕੇ ਸੈਟਲ ਹੋ ਜਾਂਦਾ ਆ ਸਾਡੀ ਇੰਟੈਸਟਾਈਨ ਦੇ ਵਿੱਚ, ਜਿੱਥੇ ਜਾ ਕੇ ਪੋਲੀਓ ਵਾਇਰਸ ਦੇ ਸੈਲਸ ਜਿਹੜੇ ਰੈਪਲੀਕੇਟ ਕਰਦੇ ਆ ਐਂਡ ਉਸ ਤੋਂ ਬਾਅਦ ਇਹਨੇ ਐਂਟਰ ਕਰ ਜਾਣਾ ਆ ਪਰਸਨ ਦੀ ਬਲੱਡ ਸਟਰੀਮ ਦੇ ਵਿੱਚ। ਜਦੋਂ ਬਲੱਡ ਸਟਰੀਮ ਦੇ ਵਿੱਚ ਐਂਟਰ ਕਰ ਗਿਆ ਉਸ ਤੋਂ ਬਾਅਦ ਕੁਛ ਕੁ ਕੇਸਿਸ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਾ ਕੇ ਇਹ ਅਟੈਕ ਕਰਦਾ ਆ ਸਪਾਈਨਲ ਕਾਰਡ ਦੇ ਸੈਲਸ ਨੂੰ। ਐਂਡ ਜਦੋਂ ਇਹ ਵਾਇਰਸ ਨੇ ਸਾਡੇ ਸੈਂਟਰਲ ਨਰਵਸ ਸਿਸਟਮ ਨੂੰ ਅਟੈਕ ਕੀਤਾ ਸੀਗਾ, ਸਪਾਈਨਲ ਕਾਰਡ ਦੇ ਸੈਲਸ ਨੂੰ ਅਟੈਕ ਕੀਤਾ, ਉਹਨਾਂ ਨੂੰ ਕਰ ਦੇਣਾ ਆ ਇਹਨੇ ਡਿਸਟਰੋਏ। ਐਂਡ ਜਦੋਂ ਉਹ ਸੈਲਸ ਡਿਸਟਰੋਏ ਹੋ ਗਏ ਪਰਸਨ ਦੀ ਲੋਅਰ ਬੋਡੀ 'ਚ ਸਪੈਸ਼ਲੀ ਜਿਹੜੀਆਂ ਉਹਦੀਆਂ ਲੈਗਸ ਹੈਗੀਆਂ ਵਾ ਉੱਥੇ ਪੈਰਾਲਾਈਸਿਸ ਹੋਣੀ ਸਟਾਰਟ ਹੋ ਜਾਣੀ ਆ। ਐਂਡ ਜਿਹਦੇ ਕਰਕੇ ਇਨ ਫਿਊਚਰ ਰਿਸਕ ਹੁੰਦਾ ਆ ਕਿ ਪਰਸਨ ਫਿਜ਼ੀਕਲੀ ਹੈਂਡੀਕੈਪ ਹੋ ਜਾਂਦਾ ਹੈ ਬਿਕੋਜ਼ ਆਫ ਪੋਲੀਓ। ਐਂਡ ਹੁਣ ਜਿਹੜਾ ਪਰਸਨ ਸੀਗਾ ਜਿਹਦੇ ਵਿੱਚ ਵਾਇਰਸ ਗਰੋ ਕਰਨ ਦਿਆ ਹੀ ਰੈਪਲੀਕੇਟ ਕਰਨ ਦਿਆ ਸੀਗਾ, ਉਹ ਪਰਸਨ ਨੇ ਫੀਸਿਸ ਦੇ ਥਰੂ ਐਕਸਕ੍ਰੀਟ ਕਰਨਾ ਹੈ ਵਾਇਰਸ ਨੂੰ ਐਂਡ ਉਹ ਵਾਇਰਸ ਫਿਰ ਤੋਂ ਜਾ ਕੇ ਕੰਟੈਮੀਨੇਟ ਕਰੂਗਾ ਫੂਡ ਐਂਡ ਵਾਟਰ ਨੂੰ। ਐਂਡ ਜਿੱਥੇ ਪੂਅਰ ਸੈਨੀਟੇਸ਼ਨ ਹੁੰਦੀ ਆ ਉੱਥੇ
ਜੇ ਕੋਈ ਹੋਰ ਪਰਸਨ ਫਿਰ ਤੋਂ ਉਹ ਕੰਟੈਮੀਨੇਟਿਡ ਫੂਡ ਜਾਂ ਵਾਟਰ ਨੂੰ ਇੰਜੈਸਟ ਕਰਨ ਦੇ ਆਇਆ ਤੇ ਉਹ ਵਾਇਰਸ ਇਸ ਪਰਸਨ ਤੋਂ ਜਿਹੜਾ ਨਿਕਲਿਆ ਸੀਗਾ ਉਹ ਕਿਸੇ ਹੋਰ ਪਰਸਨ ਦੀ ਬੋਡੀ ਦੇ ਵਿੱਚ ਫਿਰ ਐਂਟਰ ਕਰਨ ਦੇ ਆ ਐਂਡ ਅਗੇਨ ਸੇਮ ਸਾਈਕਲ ਜਿਹੜਾ ਵਾ ਕੰਟੀਨਿਊ ਹੁੰਦਾ ਆ। ਸੋ ਦਿਸ ਇਜ਼ ਲਾਈਫ ਸਾਈਕਲ ਆਫ ਪੋਲੀਓ ਐਂਡ ਪੋਲੀਓ ਸਪਰੈਡ ਹੋਣ ਦਾ ਰੂਟ ਕਿਹੜਾ ਹੈਗਾ ਆ ਫੀਕੋ ਔਰਲ ਰੂਟ। ਆਰ ਨੈਕਸਟ ਕੁਐਸਚਨ ਇਜ਼ digoxin is not given when heart rate is, so the options are below 60, below 70, below 80 or above 60. so ਇੱਥੇ ਹੁਣ ਸਾਡਾ correct answer ਹੈਗਾ ਆ ਜੀ below 60 because ਜਿਹੜਾ digoxin ਹੈਗਾ ਆ ਇਹ ਕੀ ਕਰਦਾ ਆ ਹਾਰਟ ਦੇ ਰੇਟ ਨੂੰ ਘੱਟ ਕਰਦਾ ਹੈਗਾ ਆ। ਸੋ ਜੇ ਹਾਰਟ ਰੇਟ ਆਲਰੇਡੀ ਘੱਟ ਹੈਗਾ ਆ ਤੇ ਆਪਾਂ digoxin ਨਹੀਂ ਦੇਣਾ ਹੁੰਦਾ। ਲੈਟਸ ਸੀ digoxin ਜਿਹੜਾ ਹੈਗਾ ਆ ਕਾਰਡੀਅਕ ਗਲਾਈਕੋਸਾਈਡ ਕੈਟਾਗਰੀ ਦੇ ਵਿੱਚ ਆਉਂਦਾ ਆ। ਇਹਦਾ ਕੰਮ ਕੀ ਹੈਗਾ ਆ ਹਾਰਟ ਦੇ ਫੋਰਸ ਆਫ ਕੰਟਰੈਕਸ਼ਨ ਨੂੰ ਇਹ ਇੰਕਰੀਜ਼ ਕਰਦਾ ਆ ਪਰ ਉਹਦੇ ਜਿਹੜਾ ਹਾਰਟ ਰੇਟ ਹੈਗਾ ਹੈ ਕਿੰਨੀ ਵਾਰ ਕੰਟਰੈਕਟ ਕਰਨ ਦਿਆ ਵਾ ਉਹਨੂੰ ਡਿਕਰੀਜ਼ ਕਰਦਾ ਹੈ। ਸੋ ਹੁਣ ਇਹ ਜਿਹੜਾ digoxin ਹੁੰਦਾ ਆ ਇਹਦਾ ਥੈਰੇਪਿਊਟਿਕ ਰੇਂਜ ਬਹੁਤ ਨੈਰੋ ਹੈਗੀ ਆ ਜਸਟ 0.5 to 2 ਨੈਨੋਗ੍ਰਾਮ ਪਰ ml। ਜੇ digoxin ਦਾ ਅਮਾਉਂਟ ਬਹੁਤ ਜ਼ਿਆਦਾ ਹਾਈ ਹੁੰਦਾ ਹੈ ਇਹਦਾ ਲੈਵਲ ਤਾਂ ਇਹ ਟੌਕਸਿਸਿਟੀ ਕਾਜ਼ ਕਰੂਗਾ। ਸੋ ਇਹ ਟੌਕਸਿਸਿਟੀ ਨਾ ਹੋਵੇ ਇਸ ਲਈ ਆਪਾਂ digoxin ਦੇਣ ਤੋਂ ਪਹਿਲਾਂ ਹੀ ਪੇਸ਼ੈਂਟ ਦੀ ਐਪੀਕਲ ਪਲਸ ਚੈੱਕ ਕਰਦੇ ਹਾਂ ਫॉर 1 ਮਿੰਟ ਐਂਡ ਐਡਲਟਸ ਦੇ ਵਿੱਚ ਜੇ ਲੈਸ ਦੈਨ 60 ਬੀਟਸ ਪਰ ਮਿੰਟ ਹੈਗੀ ਆ ਮਤਲਬ ਉੱਥੇ ਆਲਰੇਡੀ ਬ੍ਰੈਡੀਕਾਰਡੀਆ ਚ ਪੇਸ਼ੈਂਟ ਹੈਗਾ ਆ। digoxin ਨੇ ਹੋਰ ਜ਼ਿਆਦਾ ਬ੍ਰੈਡੀਕਾਰਡੀਆ ਕਰਨਾ ਆ ਸੋ ਉੱਥੇ ਆਪਾਂ digoxin ਨਹੀਂ ਦੇਣਾ। ਇਨਫੈਂਟਸ ਐਂਡ ਯੰਗ ਚਿਲਡਰਨ ਦੇ ਵਿੱਚ ਲੈਸ ਦੈਨ 90 to 110 ਹੈਗੀ ਆ ਤਾਂ ਉਹਨਾਂ ਵਿੱਚ ਨਹੀਂ ਦੇਣਾ ਐਂਡ 올ਡਰ ਚਿਲਡਰਨ ਦੇ ਵਿੱਚ ਜੇ ਲੈਸ ਦੈਨ 70 ਬੀਟਸ ਪਰ ਮਿੰਟ ਹਾਰਟ ਰੇਟ ਹੈਗਾ ਆ ਤਾਂ ਉਹਨਾਂ ਦੇ ਵਿੱਚ ਆਪਾਂ digoxin ਨਹੀਂ ਦੇਣਾ ਹੈਗਾ। ਇਸ ਤੋਂ ਇਲਾਵਾ ਜੇ ਪੇਸ਼ੈਂਟ ਦੇ ਵਿੱਚ ਪੋਟੈਸ਼ੀਅਮ ਲੋ ਹੈਗਾ ਆ ਸੋ ਇਹਦਾ ਮਤਲਬ ਉਹਨਾਂ ਦੇ ਵਿੱਚ ਟੌਕਸਿਸਿਟੀ ਰਿਸਕ ਵੀ ਹਾਈ ਹੋਊਗਾ। Next question is what quantity of sodium chloride is required to make 1 liter of normal saline? ਹੁਣ ਇਹ normal saline ਹੁੰਦਾ ਕੀ ਹੈ ਇਹ ਇੱਕ 0.9% NaCl solution ਹੁੰਦਾ ਆ ਮਤਲਬ ਕਿ 0.9 ਗ੍ਰਾਮ ਸੋਡੀਅਮ ਕਲੋਰਾਈਡ ਹੁੰਦਾ ਆ ਹਰ ਇੱਕ 100 ml ਵਾਟਰ ਦੇ ਵਿੱਚ। ਸੋ ਜੇ 100 ml ਦੇ ਵਿੱਚ ਹੈਗਾ ਆ 0.9 ਗ੍ਰਾਮ ਸੋਡੀਅਮ ਤਾਂ 1000 ml ਦੇ ਵਿੱਚ ਹੋਊਗਾ 9 ਗ੍ਰਾਮ ਸੋਡੀਅਮ। ਸੋ 1000 ml ਕਿੰਨਾ ਹੁੰਦਾ ਆ 1 ਲੀਟਰ। ਸੋ 1 ਲੀਟਰ ਦੇ ਵਿੱਚ ਕਿੰਨਾ ਨਾਰਮਲ ਸਲਾਈਨ ਕਿੰਨਾ ਸੋਡੀਅਮ ਕਲੋਰਾਈਡ ਹੋਊਗਾ ਉਹ ਹੈਗਾ ਆ ਜੀ 9 ਗ੍ਰਾਮ। In the following which drug do not cross placental barrier? ਸੋ ਸਾਡੇ ਕੋਲ ਆਪਸ਼ਨਸ ਆ ਜੀ ਡਾਇazepam, ਡੈਲੈਂਟਨ ਸੋਡੀਅਮ, ਹੈਪਰਿਨ ਸੋਡੀਅਮ ਔਰ ਪੈਥਿਡਿਨ। ਹੁਣ ਜ਼ਿਆਦਾਤਰ ਮੈਡੀਸਿਨਸ ਜਿਹੜੀਆਂ ਵਾ ਪਲੇਸੈਂਟਾ ਕ੍ਰਾਸ ਕਰਦੀਆਂ ਆ ਮਦਰ ਟੂ ਬੇਬੀ ਪਾਸ ਹੋ ਜਾਂਦੀਆਂ ਐਂਡ ਇਹਨਾਂ ਆਪਸ਼ਨਸ ਵਿੱਚੋਂ ਜੇ ਆਪਾਂ ਦੇਖੀਏ ਜਿਹੜੀ ਪਲੇਸੈਂਟਾ ਕ੍ਰਾਸ ਨਹੀਂ ਕਰਦੀ ਹੈਗੀ ਉਹ ਹੈਗੀ ਹੈ ਜੀ ਹੈਪਰਿਨ ਸੋਡੀਅਮ। ਹੁਣ ਹੈਪਰਿਨ ਸੋਡੀਅਮ ਇੱਕ ਲਾਰਜ ਸਾਈਜ਼ ਤੇ ਨੈਗੇਟਿਵਲੀ ਚਾਰਜਡ ਮੋਲੀਕਿਊਲ ਹੈ ਜਿਹਦੇ ਕਰਕੇ ਇਹ ਪਲੇਸੈਂਟਾ ਕ੍ਰਾਸ ਨਹੀਂ ਕਰਦਾ ਹੈਗਾ ਐਂਡ ਇਸ ਕਰਕੇ ਪ੍ਰੈਗਨੈਂਸੀ ਵਿੱਚ ਐਂਟੀਕੋਗੂਲੇਸ਼ਨ ਲਈ ਹੈਪਰਿਨ ਸੇਫ ਚੋਇਸ ਹੈਗੀ ਹੈ। ਹੁਣ ਹੈਪਰਿਨ ਜਿਹੜਾ ਹੈਗਾ ਆ ਐਂਟੀਕੋਗੂਲੈਂਟ ਹੈਗਾ ਆ ਐਂਡ ਐਂਟੀਕੋਗੂਲੈਂਟ ਦੇ ਵਿੱਚ ਆਪਣੇ ਕੋਲ ਮੇਨਲੀ 2 ਡਰੱਗਸ ਦੀ ਆਪਾਂ ਗੱਲ ਕਰੀਏ ਹੈਪਰਿਨ ਐਂਡ ਵਾਰਫਰਿਨ। ਵਾਰਫਰਿਨ ਜਿਹੜਾ ਪ੍ਰੈਗਨੈਂਸੀ ਸੇਫ ਨਹੀਂ ਹੁੰਦਾ ਬਟ ਜਿਹੜਾ ਹੈਪਰਿਨ ਹੁੰਦਾ ਆ ਇਹ ਪ੍ਰੈਗਨੈਂਸੀ ਸੇਫ ਹੁੰਦਾ ਆ। ਜੇ ਪ੍ਰੈਗਨੈਂਟ ਵੂਮਨ ਨੂੰ ਕਲੌਟਿੰਗ ਪ੍ਰੋਬਲਮ ਹੋਵੇ ਲਾਈਕ DVT ਜਾਂ ਪਲਮਨਰੀ ਐਂਬੋਲਿਜ਼ਮ ਦਾ ਰਿਸਕ ਹੋਵੇ ਤਾਂ ਡਾਕਟਰ ਹੈਪਰਿਨ ਪ੍ਰਿਸਕ੍ਰਾਈਬ ਕਰਦਾ ਆ right? Polio is the mainly infection of ਸੋ ਜਿੱਦਾਂ ਅਸੀਂ ਇਹ ਕੁਐਸਚਨ ਆਲਰੇਡੀ ਕਰ ਚੁੱਕੇ ਹਾਂ ਪੋਲੀਓ ਦਾ ਲਾਈਫ ਸਾਈਕਲ ਆਪਾਂ ਡਿਸਕਸ ਕੀਤਾ ਹੈ। ਸੋ ਪੋਲੀਓ ਮੇਨਲੀ ਇਨਫੈਕਸ਼ਨ ਹੁੰਦੀ ਹੈ ਐਲੀਮੈਂਟਰੀ ਟਰੈਕਟ ਦੀ ਐਜ਼ ਵਾਇਆ ਫੀਕੋ ਔਰਲ ਰੂਟ। ਇਹ ਜਿਹੜਾ ਵਾ ਬੋਡੀ ਦੇ ਅੰਦਰ ਜਾ ਕੇ ਵਾਇਰਸ ਰੈਪਲੀਕੇਟ ਕਰਦਾ ਆ ਬਟ ਆਫਟਰ ਦੈਟ ਇਹ ਜਾ ਕੇ ਸਾਡੀ ਸੈਂਟਰਲ ਨਰਵਸ ਸਿਸਟਮ ਨੂੰ ਅਫੈਕਟ ਕਰਦਾ ਆ। ਨੈਕਸਟ ਕੁਐਸਚਨ ਇਜ਼ ਏਰੋਫੋਬੀਆ ਮੀਨਸ ਏਰੋਫੋਬੀਆ ਦਾ ਮਤਲਬ ਹੁੰਦਾ ਆ ਫੇਅਰ ਆਫ ਏਅਰ। ਫੋਬੀਆ ਹੁੰਦਾ ਹੈ ਜਦੋਂ ਕਿਸੇ ਪਰਸਨ ਨੂੰ ਕਿਸੇ ਚੀਜ਼ ਤੋਂ ਬਹੁਤ ਹੀ ਜ਼ਿਆਦਾ ਡਰ ਲੱਗਦਾ ਆ। ਫੇਅਰ ਆਫ ਵਾਟਰ ਇਜ਼ ਨੋਨ ਐਜ਼ ਹਾਈਡਰੋਫੋਬੀਆ, ਫੇਅਰ ਆਫ ਹਾਈਟ ਇਜ਼ ਨੋਨ ਐਜ਼ ਐਕਰੋਫੋਬੀਆ ਐਂਡ ਫੇਅਰ ਆਫ ਪੇਨ ਨੂੰ ਬੋਲਦੇ ਆ ਜੀ ਐਲਗੋਫੋਬੀਆ। Next, personal contacts and home visits are the examples of individual approach of health education, group approach, mass approach or cumulative approach. So ਇੱਥੇ correct answer ਹੈ ਜੀ individual approach
ਜਦੋਂ ਨਰਸ ਜਾਂ ਕੋਈ ਵੀ ਹੈਲਥ ਵਰਕਰ ਇੱਕ ਬੰਦੇ ਨੂੰ ਪਰਸਨਲੀ ਵਿਜ਼ਿਟ ਕਰਕੇ ਐਜੂਕੇਟ ਕਰਦੇ ਆ ਤਾਂ ਉਹਨੂੰ ਇੰਡੀਵਿਜੂਅਲ ਅਪਰੋਚ ਕਿਹਾ ਜਾਂਦਾ ਹੈ। ਨੈਕਸਟ ਵੀ ਆਪਾਂ ਦੇਖ ਲੈਂਦੇ ਆ ਗਰੁੱਪ ਅਪਰੋਚ ਹੁੰਦੀ ਆ ਜਦੋਂ ਇੱਕ ਛੋਟੇ ਗਰੁੱਪ ਨੂੰ ਲਾਈਕ 5 to 20 ਪੀਪਲ ਜਦੋਂ ਇਕੱਠੇ ਹੋਣ ਤੇ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਉਹਨੂੰ ਕਿਹਾ ਜਾਂਦਾ ਗਰੁੱਪ ਅਪਰੋਚ। ਮਾਸ ਅਪਰੋਚ ਹੁੰਦਾ ਆ ਜਦੋਂ ਹੈਲਥ ਐਜੂਕੇਸ਼ਨ ਪਬਲਿਕ ਨੂੰ ਜਾਂ ਫਿਰ ਲਾਰਜ ਕਮਿਊਨਿਟੀ ਨੂੰ ਮੀਡੀਆ ਪੋਸਟਰਸ ਜਾਂ ਰੈਲੀਜ਼ ਦੇ ਥਰੂ ਦਿੱਤੀ ਜਾਂਦੀ ਆ। ਇਹਦੇ ਵਿੱਚ ਹੰਡਰਡਸ ਔਰ ਥਾਊਜ਼ੈਂਡਸ ਆਫ ਪੀਪਲ ਇਨਵੋਲਵ ਹੋ ਸਕਦੇ ਆ। ਦੈਨ ਇਸ ਕਿਊਮੂਲੇਟਿਵ ਅਪਰੋਚ, ਇਹ ਅਪਰੋਚ ਹੁੰਦਾ ਹੈ ਜਦੋਂ ਐਜੂਕੇਸ਼ਨ ਦੇ ਡਿਫਰੈਂਟ ਮੈਥਡਸ ਯੂਜ਼ ਕਰਕੇ ਸਟੈਪ ਬਾਏ ਸਟੈਪ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਆ। ਇਹ ਐਟ ਇੰਡੀਵਿਜੂਅਲ ਗਰੁੱਪ ਔਰ ਮਾਸ ਲੈਵਲ ਹੋ ਸਕਦੀ ਆ। ਸੋ ਇੱਥੇ ਹੁਣ ਕੁਐਸਚਨ 'ਚ ਸੀਗਾ ਪਰਸਨਲ ਕੰਟੈਕਟਸ ਐਂਡ ਹੋਮ ਵਿਜ਼ਿਟਸ ਕਿਹਾ ਗਿਆ, ਸੋ ਦਿਸ ਇਜ਼ ਇੰਡੀਵਿਜੂਅਲ ਅਪਰੋਚ। The recommended maximum noise level is 85 decibels। ਇਹ recommended maximum noise ਹੈ ਜੋ ਹਿਊਮਨ ਏਅਰ ਟੋਲਰੇਟ ਕਰ ਸਕਦਾ ਹੈ। ਅਗਰ ਇਸ ਤੋਂ ਉੱਪਰ ਜਾਂਦੀ ਆ ਉਹਦੇ ਨਾਲ ਪਰਮਾਨੈਂਟ ਹੇਅਰ ਡੈਮੇਜ ਹੋ ਸਕਦਾ ਆ, ਹੇਅਰਿੰਗ ਲਾਸ ਹੋ ਸਕਦਾ ਆ। ਨੈਕਸਟ ਕੁਐਸਚਨ, the constant presence of disease within a geographical area is known as। so the answer here is endemic। ਇਹ ਹੁੰਦਾ ਹੈ ਜਦੋਂ ਡਿਸੀਜ਼ ਲਗਾਤਾਰ ਕੌਨਸਟੈਂਟ ਪ੍ਰੈਜ਼ੈਂਸ ਰੱਖ ਕੇ ਇੱਕ ਸਪੈਸੀਫਿਕ ਜੀਓਗ੍ਰਾਫੀਕਲ ਏਰੀਆ ਦੇ ਵਿੱਚ ਹੁੰਦੀ ਆ। ਐਗਜ਼ਾਮਪਲ ਆਪਾਂ ਲੈ ਲਈਏ ਲਾਈਕ ਮਲੇਰੀਆ ਇਨ ਸਪੈਸੀਫਿਕ ਪਾਰਟਸ ਆਫ ਅਫਰੀਕਾ। ਐਂਡ ਬਾਕੀ ਆਪਸ਼ਨਸ ਵੀ ਦੇਖ ਲੈਂਦੇ ਆ। ਐਪੀਡੈਮਿਕ ਦਾ ਮਤਲਬ ਹੁੰਦਾ ਜਦੋਂ ਡਿਸੀਜ਼ ਸਡਨਲੀ ਬਹੁਤ ਜ਼ਿਆਦਾ ਇੰਕਰੀਜ਼ ਹੋ ਜਾਏ ਕਿਸੇ ਲਿਮਿਟਿਡ ਏਰੀਆ ਦੇ ਵਿੱਚ। ਪੈਂਡੈਮਿਕ ਹੁੰਦਾ ਹੈ ਜਦੋਂ ਡਿਸੀਜ਼ ਗਲੋਬਲ ਲੈਵਲ 'ਤੇ ਸਪਰੈਡ ਹੋ ਜਾਏ ਲਾਈਕ ਕੋਵਿਡ-19। ਐਂਡ ਆਈਸੋਲੇਸ਼ਨ ਦਾ ਮਤਲਬ ਹੁੰਦਾ ਹੈ ਕਿ ਜੇ ਕਿਸੇ ਪੇਸ਼ੈਂਟ ਨੂੰ ਕੋਈ ਇਨਫੈਕਸ਼ਨ ਹੋਈ ਆ ਤਾਂ ਉਹਨੂੰ ਸੈਪਰੇਟ ਰੱਖਣਾ ਬਾਕੀ ਲੋਕਾਂ ਨਾਲੋਂ ਤਾਂ ਜੋ ਡਿਸੀਜ਼ ਸਪਰੈਡ ਨਾ ਹੋਵੇ। ਸੋ ਇਹ ਡਿਸੀਜ਼ ਕੰਟਰੋਲ ਕਰਨ ਦਾ ਮੈਥਡ ਆ। ਟ੍ਰੀਟਮੈਂਟ ਆਫ ਅਨਡਿਸੈਂਡਡ ਟੈਸਟਸ ਇੰਕਲੂਡ orchidectomy, orchidoplex, oophorytis or testosterone। So let's see your options one by one। ਫਸਟ orchidectomy। ਹੁਣ orchidectomy ਜਿਹੜਾ ਹੈਗਾ ਆ ਇਹਦਾ ਮਤਲਬ ਹੁੰਦਾ ਆ ਟੈਸਟਿਸ ਨੂੰ ਰਿਮੂਵ ਕਰਨਾ। ਸੋ ਇਹ ਲਾਸਟ ਰਿਜ਼ੋਰਟ ਹੁੰਦਾ ਆ, ਇਹਨੂੰ ਨਾਰਮਲ ਟ੍ਰੀਟਮੈਂਟ ਲਈ ਅਨਡਿਸੈਂਡਡ ਟੈਸਟਿਸ ਦੇ ਲਈ ਨਹੀਂ ਯੂਜ਼ ਕੀਤਾ ਜਾਂਦਾ ਹੈਗਾ। ਐਂਡ ਨੈਕਸਟ ਆਪਣੀ ਆਪਸ਼ਨ ਹੈਗੀ ਆ orchidoplex। orchidoplex ਇੱਕ ਸਰਜੀਕਲ ਪ੍ਰੋਸੀਜਰ ਹੁੰਦਾ ਆ ਜਿਹਦੇ ਵਿੱਚ ਅਨਡਿਸੈਂਡਡ ਟੈਸਟਿਸ ਨੂੰ ਡਿਸੈਂਡ ਕਰਕੇ ਸਕ੍ਰੋਟਮ ਦੇ ਵਿੱਚ ਫਿਕਸ ਕੀਤਾ ਜਾਂਦਾ ਹੈ। ਸੋ ਇਹ ਸਾਡਾ ਕਰੈਕਟ ਆਪਸ਼ਨ ਹੈਗਾ ਆ। ਐਂਡ ਇਹ ਮੋਸਟਲੀ ਚਾਈਲਡਹੁੱਡ ਵਿੱਚ ਹੀ ਕਰ ਦਿੱਤਾ ਜਾਂਦਾ ਆ ਫॉर ਫਰਟੀਲਿਟੀ ਪਰਪਸ ਔਰ ਟੂ ਪ੍ਰੀਵੈਂਟ ਟੈਸਟੀਕੂਲਰ ਕੈਂਸਰ। ਨੈਕਸਟ ਇਜ਼ ਓਫਰਾਈਟਿਸ। ਹੁਣ ਓਫਰਾਈਟਿਸ ਹੁੰਦੀ ਹੈ ਓਵਰੀਜ਼ ਦੀ ਇਨਫੈਕਸ਼ਨ ਐਂਡ ਇਹ ਫੀਮੇਲਸ ਦੇ ਵਿੱਚ ਹੁੰਦੀ ਹੈ। ਸੋ ਇਹਦਾ ਟੈਸਟਿਸ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਇਹ ਵੀ ਆਪਸ਼ਨ ਹੋ ਗਈ ਰੋਂਗ। ਨੈਕਸਟ ਇਜ਼ ਟੈਸਟੋਸਟੇਰੋਨ। ਹੁਣ ਟੈਸਟੋਸਟੇਰੋਨ ਇੱਕ ਹਾਰਮੋਨ ਹੈਗਾ ਆ। ਹਾਰਮੋਨਲ ਥੈਰੇਪੀ ਸਮਟਾਈਮਸ ਯੂਜ਼ ਕੀਤੀ ਜਾਂਦੀ ਆ ਬਟ ਇੱਥੇ ਬੈਸਟ ਟ੍ਰੀਟਮੈਂਟ ਨਹੀਂ ਹੈਗਾ। ਸੋ ਮੋਸਟ ਰਿਲਾਇਬਲ ਇੱਥੇ ਸਰਜੀਕਲ ਕਰੈਕਸ਼ਨ ਹੀ ਹੁੰਦੀ ਆ ਇਨ ਕੇਸ ਆਫ ਅਨਡਿਸੈਂਡਡ ਟੈਸਟਿਸ। 2 years old male has the following manifestations: chest and drawing, wheezing and fever। which will be the most appropriate group of drug for the child? So ਹੁਣ ਇਹ ਬੱਚੇ ਲਈ ਸਭ ਤੋਂ ਬੈਸਟ ਡਰਗ ਕਿਹੜਾ ਹੋਊਗਾ? ਸਾਡੇ ਕੋਲ ਆਪਸ਼ਨਸ ਹੈਗੀਆਂ ਆ ਡਾਇਊਰੇਟਿਕਸ, ਐਂਟੀਬਾਇਓਟਿਕ, ਐਂਟੀਕਨਵਲਸਿਵ ਔਰ ਐਨਾਲਜੈਸਿਕਸ। ਸੋ ਹੇਅਰ ਆਰ ਕਰੈਕਟ ਆਂਸਰ ਇਜ਼ ਐਂਟੀਬਾਇਓਟਿਕਸ ਬਿਕੋਜ਼ ਸਾਡੇ ਕੋਲ ਕੁਐਸਚਨ ਵਿੱਚ ਸਿੰਪਟਮਸ ਦਿੱਤੇ ਹੋਏ ਆ ਚੈਸਟ ਐਂਡ ਡਰਾਇੰਗ, ਵੀਜ਼ਿੰਗ ਐਂਡ ਫੀਵਰ। ਇਹ ਇੰਡੀਕੇਟ ਕਰਦੇ ਆ ਕਿ ਬੱਚੇ ਨੂੰ ਕੋਈ ਰੈਸਪੀਰੇਟਰੀ ਇਨਫੈਕਸ਼ਨ ਆ। ਸੋ ਇਨਫੈਕਸ਼ਨ ਨੂੰ ਟ੍ਰੀਟ ਕਰਨ ਲਈ ਅਸੀਂ ਦਿੰਦੇ ਆ ਐਂਟੀਬਾਇਓਟਿਕ। ਬਾਕੀ ਆਪਸ਼ਨਸ ਵੀ ਦੇਖਦੇ ਆ। ਡਾਇਊਰੇਟਿਕਸ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਬੋਡੀ 'ਚੋਂ ਫਲੂਇਡ ਲੈਵਲ ਨੂੰ ਘੱਟ ਕਰਨ ਲਈ ਦਿੰਦੇ ਹੈਗੇ ਆ। ਸੋ ਰੈਸਪੀਰੇਟਰੀ ਇਨਫੈਕਸ਼ਨ ਵਿੱਚ ਇਹ ਹੈਲਪਫੁਲ ਨਹੀਂ ਹੋਣਗੇ। ਨੈਕਸਟ ਐਂਟੀ ਕਨਵਲਸਿਵ। ਐਂਟੀ ਕਨਵਲਸਿਵ ਜਿਹੜੇ ਹੈਗੇ ਆ ਫਿਟਸ ਤੇ ਐਪੀਲੈਪਸੀ ਲਈ ਯੂਜ਼ ਹੁੰਦੇ ਆ। ਸੋ ਇੱਥੇ ਬੱਚੇ ਨੂੰ ਸੀਜ਼ਰ ਦਾ ਕੋਈ ਸਿੰਪਟਮ ਨਹੀਂ ਆਉਂਦਾ। ਸੋ ਦਿਸ ਇਜ਼ ਰੋਂਗ ਆਪਸ਼ਨ। ਨੈਕਸਟ ਅਨਾਲਜੈਸਿਕਸ। ਇਹ ਪੇਨ ਤੇ ਫੀਵਰ ਨੂੰ ਥੋੜਾ ਕੰਟਰੋਲ ਕਰਦੇ ਹੈਗੇ ਆ ਬਟ ਜਿਹੜਾ ਸਾਡਾ ਰੂਟ ਕਾਜ਼ ਹੈਗਾ ਇੱਥੇ ਇਨਫੈਕਸ਼ਨ ਉਹਨੂੰ ਟ੍ਰੀਟ ਨਹੀਂ ਕਰਨਗੇ। ਇਹਨਾਂ ਦਾ ਜਸਟ ਸਪੋਰਟਿਵ ਰੋਲ ਹੁੰਦਾ ਆ। ਸੋ ਅਨਾਲਜੈਸਿਕ ਤੇ ਐਂਟੀਬਾਇਓਟਿਕ ਚੋਂ ਜੇ ਸਾਨੂੰ ਚੂਜ਼ ਕਰਨਾ ਪੈਂਦਾ ਤਾਂ ਕੁਐਸਚਨ 'ਚ ਸਾਨੂੰ ਪੁੱਛਿਆ ਹੋਇਆ ਮੋਸਟ ਐਪਰੋਪ੍ਰੀਏਟ ਗਰੁੱਪ ਆਫ ਡਰਗ। ਸੋ ਇਹ ਸਿੰਪਟਮਸ ਨੂੰ ਦੇਖਦੇ ਹੋਏ ਮੋਸਟ ਐਪਰੋਪ੍ਰੀਏਟ ਸਾਡੇ ਕੋਲ ਆਨਸਰ ਹੈਗਾ ਆ ਐਂਟੀਬਾਇਓਟਿਕ ਜੋ ਕਿ ਰੂਟ ਕਾਜ਼ ਨੂੰ ਟ੍ਰੀਟ ਕਰੂਗਾ ਜਿਹੜੀ ਇਨਫੈਕਸ਼ਨ ਕਰਕੇ ਇਹ ਸਿੰਪਟਮਸ ਆਉਂਦੇ ਆ। Next is Rishu, a 3 years old male child has risk for increased intracranial pressure. Which of the following nursing actions should be used to prevent increased ICP?
ਹੁਣ ਸਾਡੇ ਕੋਲ ਆਪਸ਼ਨਸ ਹੈਗੀਆਂ ਆ। ਫਰਸਟ ਆਪਸ਼ਨ ਇਜ਼ ਪ੍ਰੋਵਾਈਡ ਫਾਲੋਅਰਸ ਪੋਜੀਸ਼ਨ। ਸੋ ਫਾਲੋਅਰ ਪੋਜੀਸ਼ਨ ਦਾ ਮਤਲਬ ਆ ਜ਼ਿਆਦਾ ਅਪਰਾਈਟ ਬਿਠਾਉਣਾ। ਹੁਣ ਇਸ ਪੋਜੀਸ਼ਨ ਦੇ ਨਾਲ ਸਟ੍ਰੇਨ ਹੋਰ ਜ਼ਿਆਦਾ ਇੰਕਰੀਜ਼ ਹੋਊਗਾ ਜਾਂ ਵੀਨਸ ਰਿਟਰਨ ਚੇਂਜ ਹੋਣ ਕਰਕੇ ਆਈਸੀਪੀ ਹੋਰ ਵੱਧ ਸਕਦਾ ਹੈਗਾ ਆ ਇਹਦੇ ਨਾਲ। ਸੋ ਇਹ ਵਾਲੀ ਆਪਸ਼ਨ ਸਾਡੀ ਰੋਂਗ ਹੋ ਗਈ, ਬਿਕੋਜ਼ ਇਹਦੇ ਵਿੱਚ ਆਪਾਂ ਇਹ ਪੋਜੀਸ਼ਨ ਦਵਾਂਗੇ ਆਈਸੀਪੀ ਹੋਰ ਇੰਕਰੀਜ਼ ਹੋਊਗਾ। ਸੋ ਦਿਸ ਇਜ਼ ਰੋਂਗ। ਨੈਕਸਟ ਆਪਸ਼ਨ ਇਜ਼ ਐਡਮਿਨਿਸਟਰ ਐਪਰੋਪ੍ਰੀਏਟ ਐਂਟੀਬਾਇਓਟਿਕਸ। ਹੁਣ ਜੇ ਇਨਫੈਕਸ਼ਨ ਹੋਵੇ ਤਾਂ ਐਂਟੀਬਾਇਓਟਿਕਸ ਦੇਣਾ ਜ਼ਰੂਰੀ ਹੁੰਦੇ ਆ, ਪਰ ਇਹ ਆਈਸੀਪੀ ਨੂੰ ਡਾਇਰੈਕਟਲੀ ਨਹੀਂ ਵਧਣ ਤੋਂ ਰੋਕ ਸਕਦੇ। ਸੋ ਦਿਸ ਇਜ਼ ਇਨਕਰੈਕਟ, ਕਿਉਂਕਿ ਕੁਐਸਚਨ 'ਚ ਸਾਨੂੰ ਪੁੱਛਿਆ ਹੋਇਆ ਆ ਵਿਚ ਆਫ ਦ ਫੋਲੋਇੰਗ ਨਰਸਿੰਗ ਐਕਸ਼ਨ ਸ਼ੁੱਡ ਬੀ ਯੂਜ਼ਡ ਟੂ ਪ੍ਰੀਵੈਂਟ ਇੰਕਰੀਜ਼ ਦ ਆਈਸੀਪੀ। ਸੋ ਇਹ ਵੀ ਆਪਸ਼ਨ ਆਪਣੀ ਹੋਗੀ ਰੋਂਗ। Option C is avoid activities which may cause pain and crying. This is correct answer, ਕਿਉਂਕਿ pain, crying ਜਾਂ straining ਜਾਂ cough ਦੇ ਨਾਲ ਜਿਹੜਾ ਵਾ ICP ਵੱਧ ਜਾਂਦਾ ਆ। ਸੋ ਇਹ ਵਾਲੀਆਂ ਐਕਟੀਵਿਟੀਜ਼ ਨੂੰ ਆਪਾਂ ਅਵੋਇਡ ਕਰਕੇ, ਡਿਕਰੀਜ਼ ਕਰਕੇ ICP ਨੂੰ ਵਧਣ ਤੋਂ ਰੋਕ ਸਕਦੇ ਆ। ਸੋ ਇੱਥੇ ਆਪਾਂ ਕੀ ਕਰਨਾ ਹੁੰਦਾ ਹੈ, ਜਿਹੜਾ ਸਾਡਾ ਪੇਸ਼ੈਂਟ ਆ ਉਹਨੂੰ ਸੂਦ ਕਰਨਾ ਆ, ਉਹਦੀ ਪੇਨ ਨੂੰ ਕੰਟਰੋਲ ਕਰਨਾ ਹੈਗਾ ਆ ਤਾਂ ਜੋ ICP ਇੰਕਰੀਜ਼ ਨਾ ਹੋਵੇ। ਨੈਕਸਟ ਆਪਸ਼ਨ ਡੀ 'ਚ ਹੈਗਾ ਆ ਚੇਂਜ ਪੋਜੀਸ਼ਨ ਫ੍ਰੀਕੁਐਂਟਲੀ। ਹੁਣ ਪੇਸ਼ੈਂਟ ਦੀ ਪੋਜੀਸ਼ਨ ਬਾਰ-ਬਾਰ ਚੇਂਜ ਨਹੀਂ ਕਰਨੀ ਹੁੰਦੀ, ਕਿਉਂਕਿ ਬਾਰ-ਬਾਰ ਮੂਵ ਕਰਨ ਨਾਲ ਆਈਸੀਪੀ ਹੋਰ ਫਲੇਅਰ ਹੋ ਸਕਦਾ ਆ। ਸੋ ਮਿਨੀਮਲ ਜਾਂ ਸਲੋ ਮੂਵਸ ਜਿਹੜੇ ਆ ਚਾਹੀਦੇ ਆ, ਇਸ ਕਰਕੇ ਦਿਸ ਇਜ਼ ਆਲਸੋ ਰੋਂਗ ਆਪਸ਼ਨ। ਨੈਕਸਟ ਦ ਵੈਕਸੀਨ ਗਿਵਨ ਇੰਟਰਾਮਸਕੂਲਰਲੀ ਇਜ਼। ਸੋ IM ਇਹਨਾਂ ਵਿੱਚੋਂ ਕਿਹੜੀ ਵੈਕਸੀਨ ਦਿੱਤੀ ਜਾਂਦੀ ਆ? ਫਰਸਟ ਆਪਸ਼ਨ ਆਪਣੇ ਕੋਲ ਹੈਗੀ ਆ BCG। BCG ਜਿਹੜੀ ਹੈਗੀ ਆ ਇੰਟਰਾਡਰਮਲ ਦਿੱਤੀ ਜਾਂਦੀ ਆ, ਨਾ ਕਿ ਇੰਟਰਾਮਸਕੂਲਰਲੀ, ਐਂਡ ਇਹਦੀ ਸਮਾਲ ਵੋਲਿਊਮ ਜਿਹੜੀ ਐਡਮਿਨਿਸਟਰ ਕੀਤੀ ਜਾਂਦੀ ਆ ਇਨਟੂ ਦ ਸਕਿਨ ਆਫ ਅਪਰ ਆਰਮ। ਸੋ ਦਿਸ ਇਜ਼ ਨਾਟ IM, ਇਹ ਆਪਣੀ ਆਪਸ਼ਨ ਹੋ ਗਈ ਰੋਂਗ। ਆਪਸ਼ਨ 2 ਇਜ਼ DPT, diphtheria pertussis tetanus. This is given IM thigh or deltoid region ਤੇ ਦਿੱਤੀ ਜਾਂਦੀ ਹੈ depending on age. So this is correct option. Next is MMR, ਜਿਹੜੀ ਮੀਜ਼ਲਸ ਮਮਸ ਰੂਬੈਲਾ ਵੈਕਸੀਨ ਆ, ਇਹ ਸਬਕਿਊਟੇਨੀਅਸਲੀ ਦਿੱਤੀ ਜਾਂਦੀ ਹੈਗੀ ਆ। ਸੋ ਇਹ ਵੀ ਆਪਣੀ ਰੋਂਗ ਆਪਸ਼ਨ ਸੀਗੀ। ਐਂਡ ਮੀਜ਼ਲਸ ਸਿੰਗਲ ਮੀਜ਼ਲ ਵੈਕਸੀਨ ਜੇ ਦਿੱਤੀ ਜਾਵੇ ਸਮ ਕੇਸਿਸ ਦੇ ਵਿੱਚ, ਸੋ ਜੇ MMR ਦੇ ਵਿੱਚ ਮੀਜ਼ਲਸ ਵੀ ਸੀ, ਇਹ ਸਬਕਿਊਟੇਨੀਅਸਲੀ ਦਿੱਤੀ ਜਾਂਦੀ ਆ, ਤਾਂ ਓਨਲੀ ਮੀਜ਼ਲਸ ਜਿਹੜੀ ਆ ਇਹ ਵੀ ਸਬਕਿਊਟੇਨੀਅਸਲੀ ਹੀ ਜਾਂਦੀ ਆ। ਸੋ ਇਹ ਵਾਲੀ ਆਪਣੇ ਕੋਲ ਰੋਂਗ ਆਪਸ਼ਨਸ ਹੋ ਗਈਆਂ ਮੀਜ਼ਲਸ। ਕਰੈਕਟ ਆਪਸ਼ਨ ਇਜ਼ DPT, ਜੋ ਕਿ IM ਦਿੱਤੀ ਜਾਂਦੀ ਆ। Next is Mrs. Geeta, 22 years old lady, delivered a premature baby. Which of the following medicine is useful for newborn baby? ਹੁਣ premature baby ਦੀ ਗੱਲ ਕਰਨ ਦੇ ਆ, ਜਿਹਦਾ ਬਰਥ ਹੋਇਆ ਹੈ, ਸੋ ਉਹਦੇ ਵਿੱਚ ਕਿਹੜੀ ਜਿਹੜੀ ਮੈਡੀਸਿਨ ਆ ਇਹਨਾਂ ਵਿੱਚੋਂ ਯੂਜ਼ਫੁਲ ਹੋਗੀ। ਸੋ ਫਰਸਟ ਆਪਸ਼ਨ ਆਪਣੇ ਕੋਲ ਦਿੱਤੀ ਹੈਗੀ ਆ ਆਕਸੀਟੋਸਿਨ। ਹੁਣ ਆਕਸੀਟੋਸਿਨ ਮਦਰ ਨੂੰ ਦਿੱਤੇ ਜਾਣ ਵਾਲਾ ਡਰਗ ਆ, ਨਾ ਕਿ ਬੇਬੀ ਨੂੰ ਦਿੱਤਾ ਜਾਣ ਲਈ। ਜਿਹੜਾ ਆਕਸੀਟੋਸਿਨ ਹੈਗਾ ਆ ਇਹ ਲੇਬਰ ਨੂੰ ਇੰਡਿਊਸ ਕਰਨ ਲਈ ਯੂਜ਼ ਕੀਤਾ ਜਾਂਦਾ ਹੈ ਐਂਡ ਯੂਟਰਸ ਨੂੰ ਕੰਟਰੈਕਟ ਕਰਨ ਵਿੱਚ ਹੈਲਪ ਕਰਦਾ ਆ, ਬਟ ਨਿਊਬੋਰਨ ਨੂੰ ਡਾਇਰੈਕਟਲੀ ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਦਿਸ ਇਜ਼ ਰੋਂਗ ਆਪਸ਼ਨ। ਨੈਕਸਟ ਰੈਂਟੀਡਿਨ ਜਿਹੜਾ ਹੈਗਾ ਆ ਐਂਟੈਸਿਡ ਹੈਗਾ ਆ, ਇਹ ਡਰਗ ਜਿਹੜਾ ਵਾ ਪ੍ਰੀ ਮੈਚਿਓਰਿਟੀ ਪ੍ਰੋਬਲਮਸ ਨੂੰ ਪ੍ਰੀਵੈਂਟ ਕਰਨ ਲਈ ਯੂਜ਼ ਨਹੀਂ ਹੋ ਸਕਦਾ। ਨੈਕਸਟ ਆਪਸ਼ਨ ਹੈਗੀ ਆਪਣੇ ਕੋਲ C, ਟੈਸਟੋਸਟੇਰੋਨ। ਟੈਸਟੋਸਟੇਰੋਨ ਹਾਰਮੋਨ ਆ ਜਿਹੜਾ ਮੇਲਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਦਿਸ ਇਜ਼ ਇਰਰੈਲੇਵੈਂਟ ਫॉर ਰੂਟੀਨ ਕੇਅਰ ਆਫ ਪ੍ਰੀਮੈਚੁਰ ਬੇਬੀ। ਸੋ ਇਹ ਵੀ ਆਪਣਾ ਰੋਂਗ ਆਪਸ਼ਨ ਹੋ ਜਾਊਗਾ। ਦੈਨ ਲਾਸਟ ਆਪਸ਼ਨ ਇਜ਼ ਡੈਕਸਾਮੇਥਾਸੋਨ। ਦਿਸ ਇਜ਼ ਕਰੈਕਟ ਆਪਸ਼ਨ, ਕਿਉਂਕਿ ਇਹ ਇੱਕ ਐਂਟੀਨੇਟਲ ਕੋਰਟੀਕੋਸਟੀਰੋਇਡ ਹੈਗਾ ਆ ਜਿਹੜਾ ਮਦਰ ਨੂੰ ਦਿੱਤਾ ਜਾਂਦਾ ਆ ਬਿਫੋਰ ਪ੍ਰੀ ਟਰਮ ਡਿਲੀਵਰੀ। ਐਂਡ ਇਹਦੇ ਨਾਲ ਕੀ ਹੋਊਗਾ, ਫੀਟਸ ਦੀ ਲੰਗਸ ਨੂੰ ਜਲਦੀ ਮੈਚਿਓਰ ਕਰਨ ਲਈ ਇਹ ਹੈਲਪ ਕਰਦਾ ਆ, ਜਿਹਦੇ ਕਰਕੇ ਨਿਊ ਬੋਰਨ ਦੇ ਵਿੱਚ ਹੋਣ ਵਾਲਾ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ ਪ੍ਰੀਵੈਂਟ ਕੀਤਾ ਜਾ ਸਕਦਾ ਆ। Sonu, a 2 years old male child, is admitted in pediatric ward with following clinical features: bow legs, delayed in eruption of primary teeth, increased frequency of green stick fractures. So diagnosis of Sonu may be ਨੰਬਰ 1 ਆਪਸ਼ਨ ਸਾਡੇ ਕੋਲ ਦਿੱਤੀ ਹੋਈ ਹੈ ਸਕਰਵੀ। ਸੋ ਸਕਰਵੀ ਜਿਹੜੀ ਆ ਵਿਟਾਮਿਨ C ਦੀ ਡੈਫੀਸ਼ੀਐਂਸੀ ਕਰਕੇ ਹੁੰਦੀ ਆ ਐਂਡ ਇਹਦੇ ਵਿੱਚ ਬਲੀਡਿੰਗ ਗਮਸ ਹੁੰਦੀਆਂ, ਪੇਟੇਚੀਅਲ ਰੈਸ਼ਸ ਜਿਹੜੇ ਹੋਣ ਲੱਗ ਪੈਂਦੇ ਹੈਗੇ ਆ, ਪੂਅਰ ਵੂੰਡ ਹੀਲਿੰਗ ਹੁੰਦੀ ਆ, ਬਟ ਇਹਦੇ ਵਿੱਚ ਬੋ ਲੈਗਸ ਜਾਂ ਗ੍ਰੀਨ ਸਟਿਕ ਫ੍ਰੈਕਚਰਸ ਜਿਹੜੇ ਆ ਨਹੀਂ ਹੁੰਦੇ ਹੈਗੇ। ਸੋ ਦਿਸ ਇਜ਼ ਰੋਂਗ ਆਪਸ਼ਨ। ਨੈਕਸਟ ਆਪਸ਼ਨ ਇਜ਼ B, ਦੈਟ ਇਜ਼ ਰਿਕੇਟਸ। ਹੁਣ ਰਿਕੇਟਸ ਜਿਹੜੀ ਆ ਵਿਟਾਮਿਨ D ਡੈਫੀਸ਼ੀਐਂਸੀ ਹੈਗੀ ਆ ਕਿਡਸ ਦੇ ਵਿੱਚ, ਬੱਚਿਆਂ ਦੇ ਵਿੱਚ ਵੀਕ ਲੈਗਸ ਹੁੰਦੀਆਂ, ਬੋ ਲੈਗਸ ਹੁੰਦੀਆਂ, ਦੈਨ ਡਿਲੇਡ ਟੀਥ ਐਂਡ ਫ੍ਰੀਕੁਐਂਟ ਫ੍ਰੈਕਚਰ। ਸੋ ਦਿਸ ਇਜ਼ ਕਰੈਕਟ ਆਪਸ਼ਨ, ਕਿਉਂਕਿ
ਜਿਹੜਾ ਵਿਟਾਮਿਨ ਡੀ ਹੈਗਾ ਆ ਉਸ ਹੈਲਪ ਕਰਦਾ ਸਾਡੀ ਬੋਨਸ ਨੂੰ, ਸਾਡੇ ਟੀਥ ਨੂੰ। ਸੋ ਇਹਨਾਂ ਦੇ ਵਿੱਚ ਪ੍ਰੋਬਲਮ ਆਉਂਦੀਆਂ ਹੈਗੀਆਂ ਬੋਨਸ ਦੇ ਵਿੱਚ ਐਂਡ ਟੀਥ ਦੇ ਵਿੱਚ, ਬੱਚੇ ਦੇ ਵਿੱਚ 2 ਈਅਰ 올ਡ। ਸੋ ਰਿਕੇਟਸ ਜਿਹੜੀ ਆ ਕਰੈਕਟ ਆਪਸ਼ਨ ਆ। ਦੈਨ ਆਸਟੀਓਮੈਲੇਸ਼ੀਆ, ਇਹ ਵੀ ਵਿਟਾਮਿਨ ਡੀ ਡੈਫੀਸ਼ੀਐਂਸੀ ਆ ਬਟ ਇਹ ਐਡਲਟਸ ਦੇ ਵਿੱਚ ਹੁੰਦੀ ਆ। ਸੋ ਇੱਥੇ 2 ਈਅਰ 올ਡ ਸਾਨੂੰ ਪੁੱਛਿਆ ਸੀਗਾ, ਇਸ ਕਰਕੇ ਰੋਂਗ ਆਪਸ਼ਨ ਹੋ ਗਈ ਆ। ਐਂਡ ਆਸਟੀਓਮੈਲੇਸ਼ੀਆ ਵਿੱਚ ਸੌਫਟ ਬੋਨਸ ਹੁੰਦੀਆਂ, ਬਿਲਕੁਲ ਵੀਕ ਹੋ ਜਾਂਦੀਆਂ ਬੋਨਸ, ਪੇਨ ਹੁੰਦੀ ਹੈ, ਫ੍ਰੈਕਚਰਸ ਜਿਹੜੇ ਹੁੰਦੇ ਆ, ਬਟ ਇਹ ਬੱਚਿਆਂ 'ਚ ਨਹੀਂ ਹੁੰਦਾ। ਸੋ ਦਿਸ ਇਜ਼ ਰੋਂਗ। ਬੈਰੀ ਇਜ਼ ਡਿਊ ਟੂ ਵਿਟਾਮਿਨ B1 ਡੈਫੀਸ਼ੀਐਂਸੀ। ਇਹਦੇ ਵਿੱਚ ਨਿਊਰੋ ਜਾਂ ਕਾਰਡੀਅਕ ਇਸ਼ੂਜ਼ ਹੁੰਦੇ ਆ, ਕੋਈ ਬੋਨ ਪ੍ਰੋਬਲਮ ਨਹੀਂ ਹੁੰਦੀ। ਸੋ ਦਿਸ ਇਜ਼ ਆਲਸੋ ਰੋਂਗ ਆਪਸ਼ਨ। ਨੈਕਸਟ ਕੁਐਸਚਨ ਹੈ ਜੀ, contra indications to heat applications are except। ਸੋ ਉਹਨਾਂ ਨੇ ਪੁੱਛਿਆ ਗਿਆ ਕਿ ਇਹ ਜਿਹੜੀ ਸਾਡੇ ਕੋਲ ਆਪਸ਼ਨਸ ਦਿੱਤੀਆਂ ਵਾ ਇਹਨਾਂ ਵਿੱਚੋਂ ਬਾਕੀ ਸਾਰੀਆਂ contra indications ਹੋਣਗੀਆਂ ਜਿੱਥੇ ਆਪਾਂ ਹੀਟ ਅਪਲਾਈ ਨਹੀਂ ਕਰਨੀ ਹੈਗੀ, except ਮਤਲਬ ਇੱਕ ਇੰਡੀਕੇਸ਼ਨ ਆਪਾਂ ਲੱਭਣੀ ਹੈਗੀ ਆ ਇਹਦੇ ਵਿੱਚ। ਸੋ 1 by 1 ਦੇਖਦੇ ਹਾਂ। ਫਸਟ ਮੈਲੀਗਨੈਂਸਿਸ। ਹੁਣ ਮੈਲੀਗਨੈਂਸਿਸ ਵਿੱਚ ਹੀਟ ਟਿਊਮਰ ਦੀ ਗਰੋਥ ਨੂੰ ਹੋਰ ਜ਼ਿਆਦਾ ਵਰਸ ਕਰ ਸਕਦੀ, ਹੋਰ ਜ਼ਿਆਦਾ ਗਰੋ ਕਰੂਗਾ ਟਿਊਮਰ। ਸੋ ਅਵੋਇਡ ਇਟ, ਇਹਨਾਂ 'ਚ ਹੀਟ ਨਹੀਂ ਦੇਣੀ ਹੈਗੀ, ਇਹ ਕੌਂਟਰਾ ਇੰਡੀਕੇਸ਼ਨ ਆ। ਦੈਨ acutely inflamed ਏਰੀਆ, ਜੇ ਆਪਾਂ ਇਨਫਲੇਮਡ ਏਰੀਆ ਦੇ ਉੱਤੇ ਹੀਟ ਦੇਵਾਂਗੇ, ਹੀਟ ਨਾਲ ਸਵੈਲਿੰਗ ਹੋਰ ਇੰਕਰੀਜ਼ ਹੋਊਗੀ, ਪੇਨ ਇੰਕਰੀਜ਼ ਹੋਊਗੀ। ਸੋ ਅਵੋਇਡ। ਨੈਕਸਟ ਇਜ਼ ਹਾਈਪਰਥਰਮਿਕ ਪੇਸ਼ੈਂਟ। ਸੋ ਆਲਰੇਡੀ ਬੋਡੀ 'ਚ ਬਹੁਤ ਜ਼ਿਆਦਾ ਹੀਟ ਹੈਗੀ ਆ, ਹੋਰ ਹੀਟ ਦੇਵਾਂਗੇ ਤਾਂ ਇਹ ਬਹੁਤ ਜ਼ਿਆਦਾ ਡੇਂਜਰਸ ਹੋਊਗੀ। ਸੋ ਇਹਨਾਂ ਵਿੱਚ ਵੀ ਹੀਟ ਨਹੀਂ ਦੇਣੀ ਹੈਗੀ। ਦੀਜ਼ ਵਰ ਆਲ ਕੌਂਟਰਾ ਇੰਡੀਕੇਸ਼ਨਸ। ਨੈਕਸਟ ਆਪਸ਼ਨ ਇਜ਼ ਹਾਈਪੋਥਰਮਿਕ ਪੇਸ਼ੈਂਟ। ਹੁਣ ਇਹਨਾਂ ਪੇਸ਼ੈਂਟਸ ਵਿੱਚ ਬੋਡੀ ਟੈਂਪਰੇਚਰ ਬਹੁਤ ਜ਼ਿਆਦਾ ਲੋ ਹੋਇਆ ਹੁੰਦਾ ਵਾ ਦੈਨ ਨਾਰਮਲ। ਸੋ ਇਹਨਾਂ ਵਿੱਚ ਹੀਟ ਹੈਲਪਫੁਲ ਹੁੰਦੀ ਆ ਟੂ ਰੇਜ਼ ਦ ਬੋਡੀ ਟੈਂਪਰੇਚਰ। ਸੋ ਦਿਸ ਇਜ਼ ਕਰੈਕਟ ਆਪਸ਼ਨ। Next, the enema given to induce peristalsis। ਹੁਣ peristalsis ਹੁੰਦੀ ਆ intestinal movements ਜਿਹੜੀਆਂ ਸਾਡੀ intestine ਦੇ ਵਿੱਚ ਜਿਹੜਾ ਉਹਦਾ ਕੰਟੈਂਟ ਨੂੰ ਅੱਗੇ ਪਾਸ ਕਰਨ 'ਚ ਹੈਲਪ ਕਰਦੀਆਂ ਨੇ ਮੂਵਮੈਂਟਸ। ਸੋ ਸਾਡੇ ਕੋਲ ਆਪਸ਼ਨਸ ਇੱਥੇ ਦਿੱਤੀਆਂ ਹੋਈਆਂ। ਫਸਟ ਆਪਸ਼ਨ ਇਜ਼ ਕੋਲਡ ਅਨੀਮਾ। ਹੁਣ ਇਹ ਜੋ ਕੋਲਡ ਅਨੀਮਾ ਹੈਗਾ ਆ ਇਹ ਲੋਕਲ ਇਫੈਕਟ ਪ੍ਰੋਡਿਊਸ ਕਰਦਾ ਆ ਐਂਡ ਸਮਟਾਈਮਸ ਬਲੀਡਿੰਗ ਨੂੰ ਰਿਡਿਊਸ ਕਰਨ 'ਚ ਹੈਲਪ ਕਰਦਾ, ਬਟ ਇਹ ਪੈਰੀਸਟਾਲਸਿਸ ਲਈ ਨਹੀਂ ਯੂਜ਼ ਕੀਤਾ ਜਾਂਦਾ। ਦੈਨ ਇਜ਼ ਐਂਟੀ ਹੈਲਮਿੰਥਿਕ ਅਨੀਮਾ। ਇਹ ਯੂਜ਼ ਹੁੰਦਾ ਹੈ ਟੂ ਕਿਲ ਔਰ ਰਿਮੂਵ ਵਰਮਸ, not peristalsis. So this is also wrong. Then is carminative anemia। ਇਹ ਯੂਜ਼ ਹੁੰਦਾ ਆ ਗੈਸ ਔਰ ਫਲੈਟੂਲੈਂਸ ਨੂੰ ਰਿਲੀਵ ਕਰਨ ਲਈ। ਸੋ ਦਿਸ ਇਜ਼ ਆਲਸੋ ਰੋਂਗ, ਇਹ ਪੈਰਿਸਟਾਲਸਿਸ 'ਚ ਨਹੀਂ ਹੈਲਪ ਕਰਦਾ। ਕਰੈਕਟ ਆਪਸ਼ਨ ਸਾਡੇ ਕੋਲ ਹੈਗੀ ਆ ਪਰਗੇਟਿਵ ਅਨੀਮਾ। ਇਹ ਇੰਟੈਸਟਾਈਨ ਨੂੰ ਸਟਿਮੂਲੇਟ ਕਰਦਾ ਆ, ਸੋ ਇਟ ਇੰਡਿਊਸ ਪੈਰਿਸਟਾਲਸਿਸ। Had an extensive and prolonged surgery, which electrolyte should be monitored most closely। So ਸਾਡੇ ਕੋਲ ਆਪਸ਼ਨਸ ਇਹਦੇ ਵਿੱਚ ਹੈਗੀਆਂ ਜੀ ਪੋਟੈਸ਼ੀਅਮ, ਸੋਡੀਅਮ, ਕੈਲਸ਼ੀਅਮ ਔਰ ਕਲੋਰਾਈਡ। ਪੋਟੈਸ਼ੀਅਮ ਜਿਹੜਾ ਵਾ ਮੇਜਰ ਕੰਸਰਨ ਹੁੰਦਾ ਆ ਆਫਟਰ ਸਰਜਰੀ ਬਿਕੋਜ਼ ਇਟ ਇਜ਼ ਲੋਸਟ ਵਾਇਆ ਸਕਸ਼ਨ ਔਰ ਟਿਸ਼ੂ ਡੈਮੇਜ। ਸੋ ਜੇ ਪੋਟੈਸ਼ੀਅਮ ਲੋ ਆ ਇਟ ਮੀਨਸ ਇਹ ਰਿਦਮੀਆਜ਼ ਹੋਣਗੇ, ਇਸ ਲਈ ਇਹ ਮੋਸਟ ਕ੍ਰਿਟੀਕਲ ਵੈਲਿਊ ਆ ਕਿਉਂਕਿ ਇਹ ਹਾਰਟ ਨੂੰ ਅਫੈਕਟ ਕਰਦੀ ਪਈ ਆ। ਸੋ ਦਿਸ ਇਜ਼ ਕਰੈਕਟ ਆਪਸ਼ਨ ਓਵਰ ਹੇਅਰ। ਆਪਸ਼ਨ ਬੀ ਹੈਗੀ ਆ ਸੋਡੀਅਮ। ਇਹ ਵੀ ਇੰਪੋਰਟੈਂਟ ਆ ਬਟ ਦਿਸ ਇਜ਼ ਮੋਰ ਸਟੇਬਲ ਅਨਲੈਸ ਫਲੂਇਡ ਓਵਰਲੋਡ ਨਾ ਹੋਇਆ ਹੋਵੇ। ਦੈਨ ਹੋ ਗਿਆ ਕੈਲਸ਼ੀਅਮ। ਕੈਲਸ਼ੀਅਮ ਵੀ ਯੂਜੂਅਲੀ ਪ੍ਰਾਇਮਰੀ ਇਸ਼ੂ ਨਹੀਂ ਹੁੰਦਾ ਪੋਸਟ ਆਪ ਪੇਸ਼ੈਂਟਸ ਦੇ ਵਿੱਚ ਅਨਲੈਸ ਪੇਸ਼ੈਂਟ ਨੂੰ ਕੋਈ ਪੈਰਾਥਾਇਰੋਇਡ ਪ੍ਰੋਬਲਮ ਆ। ਸੋ ਇਹ ਆਪਸ਼ਨਸ ਸੋਡੀਅਮ ਵੀ ਰੋਂਗ ਹੋ ਗਈ, ਕੈਲਸ਼ੀਅਮ ਵੀ ਰੋਂਗ ਹੋ ਗਈ। ਐਂਡ ਦੈਨ ਇਜ਼ ਕਲੋਰਾਈਡ। ਕਲੋਰਾਈਡ ਸੋਡੀਅਮ ਨਾਲ ਲਿੰਕਡ ਹੈਗਾ ਵਾ ਬਟ ਇੱਥੇ ਮੇਨ ਕੰਸਰਨ ਇਹਦਾ ਨਹੀਂ ਹੈਗਾ ਕਿਉਂਕਿ ਕੁਐਸਚਨ 'ਚ ਸਾਨੂੰ ਉਹਨਾਂ ਨੇ ਪੁੱਛਿਆ ਸੀਗਾ extensive and prolonged surgery ਹੋਈ ਹੈ ਪੇਸ਼ੈਂਟ ਦੀ। ਇਲੈਕਟ੍ਰੋਲਾਈਟ that should be monitored most closely। ਸੋ ਜਿੱਥੇ most word ਆ ਜੇ ਇਟ ਮੀਨਸ ਜਿਹੜੀਆਂ ਸਾਡੇ ਕੋਲ ਆਪਸ਼ਨ ਦਿੱਤੀਆਂ ਉਹਨਾਂ ਵਿੱਚੋਂ ਇੱਕ ਆਪਸ਼ਨ ਆਪਾਂ ਸਿਲੈਕਟ ਕਰਨੀ ਆ ਜਿਹੜੀ ਸਭ ਤੋਂ ਜ਼ਿਆਦਾ ਪ੍ਰਾਇੋਰਿਟੀ ਲੈਂਦੀ ਪਈ ਆ। ਸੋ ਦਿਸ ਇਜ਼ potassium over here। Next question is removal of secretions by gravity from lungs by providing specific position to patients is known as। Let's see one by one। First option is nasogastric drainage। ਹੁਣ ਇਹ ਸਟਮਕ ਦੇ ਕੰਟੈਂਟਸ ਨੂੰ ਡਰੇਨ ਕਰਨ ਲਈ ਯੂਜ਼ ਹੁੰਦਾ ਆ ਨੇਜ਼ੋਗੈਸਟ੍ਰਿਕ ਟਿਊਬ ਦੇ ਨਾਲ। ਲੰਗਸ ਦੇ ਸਿਕ੍ਰੀਸ਼ਨ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਆ। ਲੈਟਸ ਸੀ ਇਹਦੇ ਵਿੱਚ ਦਿਸ ਇਜ਼ ਆਰ ਨੇਜ਼ੋਗੈਸਟ੍ਰਿਕ ਟਿਊਬ ਜਿਹੜੀ ਨੋਜ਼ ਤੋਂ ਇੰਸਰਟ ਕਰਕੇ ਸਟਮਕ ਤੱਕ ਪਾਈ ਜਾਂਦੀ ਆ। ਸੋ ਇਹਦਾ ਲੰਗਸ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ। ਨੈਕਸਟ ਆਪਸ਼ਨ ਆਪਣੇ ਕੋਲ ਹੈਗੀ ਆ ਜੀ ਟ੍ਰੈਕਿਓਸਟਮੀ। ਐਂਡ ਟ੍ਰੈਕਿਓਸਟਮੀ ਜਿਹੜੀ ਆ ਸਰਜੀਕਲ ਓਪਨਿੰਗ ਹੁੰਦੀ ਆ ਜਿਹੜੀ ਟ੍ਰੈਕੀਆ ਦੇ ਵਿੱਚ ਕ੍ਰੀਏਟ ਕੀਤੀ ਜਾਂਦੀ ਆ ਤਾਂ ਕਿ ਡਾਇਰੈਕਟ ਏਅਰਵੇ ਬਣ ਸਕੇ ਆਕਸੀਜਨ ਦੇਣ ਲਈ ਜਾਂ ਸਿਕ੍ਰੀਸ਼ਨਸ ਨੂੰ ਸਕਸ਼ਨ ਕਰਨ ਲਈ ਯੂਜ਼ ਹੁੰਦਾ ਆ ਬਟ ਇਹ ਪੋਜੀਸ਼ਨ ਚੇਂਜ ਨਾਲ ਡਰੇਨੇਜ ਨਹੀਂ ਕਰਵਾਉਂਦਾ। ਸੋ ਦਿਸ ਇਜ਼ ਦ ਟ੍ਰੈਕਿਓਸਟਮੀ ਟਿਊਬ ਜਿਹੜੀ ਟ੍ਰੇਕੀਆ ਦੇ ਵਿੱਚ ਇੰਸਰਟ ਕੀਤੀ ਜਾਂਦੀ ਆ। ਐਂਡ ਨੈਕਸਟ ਆਪਸ਼ਨ ਆਪਣੇ ਕੋਲ ਹੈਗੀ ਹੈ
ਚੈਸਟ ਫਿਜ਼ੀਓਥੈਰੇਪੀ ਡਰੇਨੇਜ। ਸੋ ਇਹ ਇੱਕ ਬ੍ਰੌਡ ਟਰਮ ਆ, ਜਨਰਲ ਟਰਮ ਆ, ਜਿਹਦੇ ਵਿੱਚ ਪਰਕਸ਼ਨ, ਵਾਈਬ੍ਰੇਸ਼ਨ, ਡੀਪ ਬਰੀਥਿੰਗ ਐਕਸਰਸਾਈਜ਼ਸ ਤੇ ਪੋਸਟਰਲ ਡਰੇਨੇਜ ਵੀ ਆਉਂਦਾ ਆ। ਸੋ ਇਹ ਇੱਕ ਜਨਰਲ ਟਰਮ ਹੈਗੀ ਆ। ਸਪੈਸੀਫਿਕ ਵਰਡ ਜਦੋਂ ਸਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਆ, ਰਿਮੂਵਲ ਆਫ ਸਿਕਰੀਸ਼ਨ ਬਾਈ ਗ੍ਰੈਵਿਟੀ ਫਰੋਮ ਲੰਗਸ, ਗ੍ਰੈਵਿਟੀ ਯੂਜ਼ ਕਰਕੇ ਲੰਗਸ ਚੋਂ ਸਿਕਰੀਸ਼ਨਸ ਰਿਮੂਵ ਕਰਨੀਆਂ ਬਾਈ ਪ੍ਰੋਵਾਈਡਿੰਗ ਸਪੈਸੀਫਿਕ ਪੋਜੀਸ਼ਨ ਟੂ ਕਲਾਇੰਟਸ। ਸੋ ਹੁਣ ਇਹਦੇ ਵਿੱਚ ਆਉਂਦਾ ਆ ਜ਼ਰੂਰ ਕਿ ਪੋਜੀਸ਼ਨ ਪ੍ਰੋਵਾਈਡ ਕਰਨੀ ਆ, ਬਟ ਸਿਰਫ ਸਪੈਸੀਫਿਕ ਟਰਮ ਆਪਾਂ ਸਿਲੈਕਟ ਕਰਨੀ ਹੈ ਇਹਦੇ ਵਿੱਚ। ਸੋ ਉਹਨੂੰ ਬੋਲਦੇ ਆ ਜੀ ਪੋਸਟਰਲ ਡਰੇਨੇਜ। ਇਹ ਕਰੈਕਟ ਆਨਸਰ ਆ, ਕਿਉਂਕਿ ਸਿਰਫ ਪੋਜੀਸ਼ਨ ਚੇਂਜ ਕਰਕੇ ਗ੍ਰੈਵਿਟੀ ਨਾਲ ਸਿਕਰੀਸ਼ਨਸ ਨੂੰ ਰਿਮੂਵ ਕਰਨਾ ਹੁੰਦਾ ਆ ਪੋਸਟਰਲ ਡਰੇਨੇਜ। ਲੈਟਸ ਸੀ ਹੁਣ ਚੈਸਟ ਫਿਜ਼ੀਓਥੈਰੇਪੀ ਦੇ ਵਿੱਚ ਜਿਹੜੀ ਵਾਈਬ੍ਰੇਸ਼ਨਸ ਦੇ ਨਾਲ ਟੈਪ ਕਰਕੇ ਪਿੱਛੋਂ ਪੇਸ਼ੈਂਟ ਨੂੰ ਡੀਪ ਬਰੀਥਿੰਗ ਵਿੱਚ ਅਸਿਸਟ ਕਰਕੇ ਪਰਕਸ਼ਨ ਦੇ ਨਾਲ ਜਿਹੜੀਆਂ ਸਿਕਰੀਸ਼ਨਸ ਰਿਮੂਵ ਕੀਤੀਆਂ ਜਾਂਦੀਆਂ। ਬਟ ਪੋਸਟਰਲ ਡਰੇਨੇਜ ਹੁੰਦਾ ਵਾ ਜਿਹਦੇ ਵਿੱਚ ਪੇਸ਼ੈਂਟ ਦੀ ਪੋਜੀਸ਼ਨ ਚੇਂਜ ਕਰਵਾ ਦਿੱਤੀ ਜਾਂਦੀ ਆ ਐਂਡ ਵਿਦ ਗ੍ਰੈਵਿਟੀ ਸਿਕਰੀਸ਼ਨਸ ਜਿਹੜੀਆਂ ਆਪਣੇ ਆਪ ਡਰੇਨ ਆਊਟ ਹੋਣ ਲੱਗ ਪੈਂਦੀਆਂ। Above what temperature the term hyperpyrexia is used? So ਸਾਡਾ ਜਿਹੜਾ ਨਾਰਮਲ ਬੋਡੀ ਟੈਂਪਰੇਚਰ ਹੁੰਦਾ ਆ, ਨਾਰਮਲ ਹੁੰਦਾ ਆ ਜੀ ਅਪਰੋਕਸੀਮੇਟਲੀ ਆਪਾਂ 98.6 ਡਿਗਰੀ ਫੈਰਨਹਾਈਟ ਕਹਿੰਦੇ ਆ। ਐਂਡ ਜੇ ਟੈਂਪਰੇਚਰ 100 ਤੋਂ 101 ਡਿਗਰੀ ਫੈਰਨਹਾਈਟ ਹੋਵੇ ਤਾਂ ਉਹਨੂੰ ਲੋ ਗ੍ਰੇਡ ਫੀਵਰ ਬੋਲਿਆ ਜਾਂਦਾ ਹੈ। 102 ਤੋਂ 104 ਹੋਵੇ ਤਾਂ ਉਹ ਹਾਈ ਫੀਵਰ ਹੁੰਦਾ ਆ। ਤੇ ਜਦੋਂ ਟੈਂਪਰੇਚਰ 105 ਡਿਗਰੀ ਫੈਰਨਹਾਈਟ ਤੋਂ ਉੱਪਰ ਚਲਾ ਜਾਵੇ ਤਾਂ ਉਹਨੂੰ ਹਾਈਪਰਪਾਇਰੈਕਸੀਆ ਕਹਿੰਦੇ ਨੇ, ਜੋ ਕਿ ਬਹੁਤ ਡੇਂਜਰਸ ਕੰਡੀਸ਼ਨ ਆ। ਸੋ ਇੱਥੇ ਸਾਡੇ ਕੋਲ ਆਪਸ਼ਨ ਫਰਸਟ ਆਪਸ਼ਨ ਦਿੱਤੀ ਹੋਈ ਆ 101 ਡਿਗਰੀ ਫੈਰਨਹਾਈਟ। ਇਹ ਸਿਰਫ ਮਾਈਲਡ ਫੀਵਰ ਹੈਗਾ ਆ, ਲੋ ਗ੍ਰੇਡ ਫੀਵਰ ਆ। ਸੋ ਦਿਸ ਇਜ਼ ਰੋਂਗ ਆਪਸ਼ਨ। ਆਪਸ਼ਨ ਬੀ ਇਜ਼ 103 ਡਿਗਰੀ ਫੈਰਨਹਾਈਟ। ਇਹ ਹਾਈ ਫੀਵਰ ਹੈਗਾ ਆ, ਬਟ ਸਟਿਲ ਇਹ ਹਾਈਪਰਪਾਇਰੈਕਸੀਆ ਨਹੀਂ ਆ। ਸੋ ਦਿਸ ਇਜ਼ ਰੋਂਗ। ਆਪਸ਼ਨ ਸੀ ਇਜ਼ 104 ਡਿਗਰੀ ਫੈਰਨਹਾਈਟ। ਇਹ ਸੀਵੀਅਰ ਫੀਵਰ ਹੁੰਦਾ ਆ, ਬਟ ਸਟਿਲ ਹਾਈਪਰਪਾਇਰੈਕਸੀਆ ਦੀ ਲਿਮਿਟ ਆਪਣੇ ਕੋਲ ਕੀ ਆ 105 ਡਿਗਰੀ ਫੈਰਨਹਾਈਟ। ਸੋ ਦਿਸ ਇਜ਼ ਆਲਸੋ ਰੋਂਗ ਆਪਸ਼ਨ। ਐਂਡ ਆਪਸ਼ਨ ਡੀ 105 ਡਿਗਰੀ ਫੈਰਨਹਾਈਟ ਜਿਹੜੀ ਹੈ ਕਰੈਕਟ ਆਪਸ਼ਨ ਹੈ ਜੀ ਇੱਥੇ। Next question is normal amount of oxygen in arterial blood is. So arterial blood oxygen check ਕਰਦਾ ਹੈ ਕਿ ਲੰਗਸ ਤੋਂ ਕਿੰਨੀ ਆਕਸੀਜਨ ਬਲੱਡ 'ਚ ਜਾ ਰਹੀ ਹੈ ਐਂਡ ਦੈਨ ਆਰਟਰੀਜ਼ ਕੈਰੀ ਕਰ ਰਹੀਆਂ ਨੇ ਉਹਨਾਂ ਨੂੰ। ਸੋ ਇਹਦੀ ਨਾਰਮਲ ਰੇਂਜ ਜਿਹੜੀ ਸਾਡੇ ਕੋਲ ਆਰਟੀਰੀਅਲ ਬਲੱਡ ਆਕਸੀਜਨ ਹੈਗੀ ਹੈ, ਇਹਦੀ ਨਾਰਮਲ ਰੇਂਜ ਹੁੰਦੀ ਹੈ ਜੀ 80 to 100 mmHg। ਐਂਡ ਆਪਸ਼ਨਸ ਆਪਾਂ ਦੇਖਦੇ ਹਾਂ। ਫਰਸਟ ਆਪਸ਼ਨ ਆਪਣੇ ਕੋਲ ਦਿੱਤੀ ਹੈ ਅਬਵ 120 mm of Hg। ਹੁਣ ਜੇ 120 mm ਹੁੰਦੀ ਆ ਮਤਲਬ 80 ਤੋਂ 100 ਤੋਂ ਉੱਪਰ ਜਾਂਦੀ ਹੈ, ਇਹ ਹਾਈਪਰਆਕਸੀਆ ਹੁੰਦਾ ਹੈ, ਆਕਸੀਜਨ ਜ਼ਿਆਦਾ ਹੋ ਜਾਵੇ ਤਾਂ। ਬਿਲੋ 60 mmHg ਜਿਹੜੀ ਹੁੰਦੀ ਹੈ ਇਹਨੂੰ ਹਾਈਪੋਕਸੀਮੀਆ ਬੋਲਦੇ ਆ, ਜਦੋਂ ਆਕਸੀਜਨ ਬਹੁਤ ਘੱਟ ਜਾਂਦੀ ਹੈ। ਸੋ ਇਹ ਆਪਣੇ ਕੋਲ ਆਪਸ਼ਨਸ ਰੋਂਗ ਹੋ ਗਈਆਂ, ਕਿਉਂਕਿ ਸਾਡੇ ਕੋਲ ਨਾਰਮਲ ਵੈਲਿਊ ਕਿੰਨੀ ਹੈ 80 to 100। ਆਪਸ਼ਨ ਬੀ ਜਿਹੜੀ ਹੈ ਕਰੈਕਟ ਆਪਸ਼ਨ ਹੈ। ਐਂਡ ਆਪਸ਼ਨ ਡੀ 'ਚ ਲਿਖਿਆ ਹੋਇਆ ਹੈ ਮੋਰ ਦੈਨ 60 mmHg। ਹੁਣ ਇਹ ਬਹੁਤ ਵੇਗ ਸਟੇਟਮੈਂਟ ਦਿੱਤੀ ਹੈ, ਕਿਉਂਕਿ 60 ਤੋਂ ਬਿਲੋ ਜੇ ਜਿਹੜੀ ਅਬਨੋਰਮਲ ਹੈਗੀ ਆ, ਦੈਨ ਮੋਰ ਦੈਨ 60 ਵੀ ਹਜੇ ਅਬਨੋਰਮਲ ਹੀ ਆ ਬਿਲੋ, because 61 to 79 mmHg ਤੱਕ abnormal ਆ। just normal ਆਪਣੇ ਕੋਲ 80 to 100 ਹੀ ਆਊਗੀ। Next question is starvation, diabetic ketoacidosis, shock and diarrhea may lead to। ਸੋ ਆਪਸ਼ਨਸ ਆ ਸਾਡੇ ਕੋਲ ਥੱਲੇ ਦਿੱਤੀਆਂ ਹੋਈਆਂ ਰੈਸਪੀਰੇਟਰੀ ਐਸਿਡੋਸਿਸ, ਰੈਸਪੀਰੇਟਰੀ ਅਲਕੈਲੋਸਿਸ, ਮੈਟਾਬੋਲਿਕ ਐਸਿਡੋਸਿਸ ਔਰ ਮੈਟਾਬੋਲਿਕ ਐਲਕੈਲੋਸਿਸ। ਸੋ ਫਸਟ ਜਿਹੜੀਆਂ ਸਾਡੇ ਕੋਲ ਸਟੇਟਮੈਂਟ ਦੇ ਵਿੱਚ ਦਿੱਤੇ ਹੋਏ ਸਟਾਰਵੇਸ਼ਨ, ਡਾਇਬੀਟਿਕ ਕੀਟੋਐਸਿਡੋਸਿਸ, ਸ਼ੌਕ ਐਂਡ ਡਾਇਰੀਆ, ਇਹਨਾਂ ਕੰਡੀਸ਼ਨਸ ਵਿੱਚ ਬੋਡੀ ਵਿੱਚ ਐਸਿਡ ਬਹੁਤ ਜ਼ਿਆਦਾ ਬਣਦਾ ਆ, ਜਾਂ ਆਪਾਂ ਕਹਿ ਸਕਦੇ ਕਿ ਬੇਸ ਜਿਹੜਾ ਵਾ ਬੋਡੀ ਚੋਂ ਲਾਸ ਹੁੰਦਾ ਆ, ਬੇਸ ਹੁੰਦਾ ਆ ਬਾਈਕਾਰਬੋਨੇਟ। ਫਸਟ ਜਿਹੜੀ ਸਟਾਰਵੇਸ਼ਨ ਆ, ਸਟਾਰਵੇਸ਼ਨ ਨਾਲ ਬੋਡੀ 'ਚ ਕੀਟੋਨ ਬੋਡੀਜ਼ ਬਣਨੀਆਂ ਸਟਾਰਟ ਹੋ ਜਾਂਦੀਆਂ, ਜਿਹਦੇ ਨਾਲ ਐਸਿਡ ਇੰਕਰੀਜ਼ ਹੋ ਜਾਂਦਾ ਹੈ। ਡਾਇਬੀਟਿਕ ਕੀਟੋਐਸਿਡੋਸਿਸ ਦੇ ਵਿੱਚ ਸ਼ੂਗਰ ਬ੍ਰੇਕਡਾਊਨ ਦੇ ਨਾਲ ਕੀਟੋ ਐਸਿਡਸ ਬਣਨੇ ਸਟਾਰਟ ਹੋ ਜਾਂਦੇ ਆ, ਅਗੇਨ ਐਸਿਡ ਇੰਕਰੀਜ਼ ਹੁੰਦਾ ਆ। ਸ਼ੌਕ ਦੇ ਵਿੱਚ ਕੀ ਹੁੰਦਾ ਆ, ਸੈਲਸ ਐਂਡ ਟਿਸ਼ੂਜ਼ ਜਿਹੜੇ ਹੈਗੇ ਆ ਉਹਨਾਂ ਨੂੰ ਆਕਸੀਜਨ ਨਾ ਮਿਲਣ ਕਰਕੇ ਉਹ ਸਵਿਚ ਕਰਦੇ ਆ ਫਰੋਮ ਐਰੋਬਿਕ ਰੈਸਪੀਰੇਸ਼ਨ, ਐਰੋਬਿਕ ਮੈਟਾਬੋਲਿਜ਼ਮ ਟੂ ਐਨਾਰੋਬਿਕ ਮੈਟਾਬੋਲਿਜ਼ਮ, ਜਿਹਦੇ ਨਾਲ ਲੈਕਟਿਕ ਐਸਿਡ ਬਣਨਾ ਸਟਾਰਟ ਹੋ ਜਾਂਦਾ ਆ। ਤੇ ਜੇ ਉਹ ਲੈਕਟਿਕ ਐਸਿਡ ਐਕਿਊਮੂਲੇਟ ਹੋਣਾ ਸਟਾਰਟ ਹੋ ਜੇ, ਦੈਨ ਬੋਡੀ 'ਚ ਅਗੇਨ ਐਸਿਡੋਸਿਸ ਹੁੰਦੀ ਹੈਗੀ ਆ। ਦੈਨ ਇਸ ਡਾਇਰੀਆ, ਡਾਇਰੀਆ ਦੇ ਵਿੱਚ ਜਿਹੜਾ ਬਾਈਕਾਰਬੋਨੇਟ ਹੁੰਦਾ ਆ ਉਹ ਬੋਡੀ ਤੋਂ ਬਾਹਰ ਨਿਕਲ ਜਾਂਦਾ ਆ, ਜਿਹਦੇ ਕਰਕੇ ਫਿਰ ਬੋਡੀ ਐਸਿਡੋਸਿਸ ਦੇ ਵਿੱਚ ਜਾਂਦੀ ਆ।
ਸੋ ਹੁਣ ਆਪਾਂ ਆਪਸ਼ਨਸ ਦੇਖਦੇ ਹਾਂ। ਫਰਸਟ ਆਪਸ਼ਨ ਦਿੱਤੀ ਹੈ ਰੈਸਪੀਰੇਟਰੀ ਐਸਿਡੋਸਿਸ। ਇਹਦੇ ਵਿੱਚ ਹੁੰਦਾ ਆ ਜਦੋਂ ਲੰਗਸ CO2 ਨੂੰ ਬਾਹਰ ਨਹੀਂ ਕੱਢਦੇ ਹੈਗੇ, ਮਤਲਬ ਬੋਡੀ ਦੇ ਵਿੱਚ CO2 ਇੰਕਰੀਜ਼ ਹੁੰਦੀ, ਰੈਸਪੀਰੇਟਰੀ ਦੇ ਨਾਲ ਰਿਲੇਟਡ ਜਿਹੜਾ ਐਸਿਡ ਇੰਕਰੀਜ਼ ਹੁੰਦੇ ਆ, CO2 ਇੰਕਰੀਜ਼ ਹੁੰਦੀ ਆ, ਇਹ ਹੁੰਦੀ ਆ ਇਨ ਕੰਡੀਸ਼ਨ ਸਚ ਐਸ COPD, ਅਸਥਮਾ। ਸੋ ਦਿਸ ਇਜ਼ ਰੋਂਗ ਆਪਸ਼ਨ। ਨੈਕਸਟ ਇਜ਼ ਰੈਸਪੀਰੇਟਰੀ ਅਲਕਲੋਸਿਸ। ਇਹ ਹੁੰਦੀ ਹੈ ਜਦੋਂ CO2 ਬਹੁਤ ਜ਼ਿਆਦਾ ਬਾਹਰ ਨਿਕਲ ਜਾਵੇ ਬੋਡੀ ਦੇ ਵਿੱਚੋਂ, ਕਿ ਬੋਡੀ ਜਿਹੜੀ ਆ ਉਹਦੇ ਵਿੱਚ ਐਸਿਡ ਘਟ ਗਿਆ, ਐਂਡ ਇਹ ਹੁੰਦਾ ਹੈ ਡਿਊ ਟੂ ਹਾਈਪਰ ਵੈਂਟੀਲੇਸ਼ਨ। ਸੋ ਇਹਦਾ ਸਟਾਰਵੇਸ਼ਨ ਜਾਂ ਡਾਇਰੀਆ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਨੈਕਸਟ ਆਪਸ਼ਨ ਇਜ਼ ਮੈਟਾਬੋਲਿਕ ਐਸਿਡੋਸਿਸ। ਦਿਸ ਇਜ਼ ਆਰ ਕਰੈਕਟ ਆਪਸ਼ਨ, ਕਿਉਂਕਿ ਆਪਾਂ ਜਿਹੜੀਆਂ ਉੱਪਰ ਜਿੰਨੀਆਂ ਵੀ ਕੰਡੀਸ਼ਨਸ ਪੜੀਆਂ ਇਹਨਾਂ ਦੇ ਨਾਲ ਕੀ ਹੁੰਦਿਆ ਸੀਗਾ, ਬੋਡੀ ਦੇ ਵਿੱਚ ਐਸਿਡ ਜ਼ਿਆਦਾ ਬਣਨ ਦਿਆ ਸੀਗਾ। ਨੈਕਸਟ ਇਜ਼ ਮੈਟਾਬੋਲਿਕ ਐਲਕਲੋਸਿਸ। ਹੁਣ ਇਹ ਮੈਟਾਬੋਲਿਕ ਐਸਿਡੋਸਿਸ ਤੋਂ ਬਿਲਕੁਲ ਆਪੋਜ਼ਿਟ ਕੰਡੀਸ਼ਨ ਹੁੰਦੀ ਹੈ। ਇਹਦੇ ਵਿੱਚ ਮੋਸਟਲੀ ਵੋਮਿਟਿੰਗ ਦੇ ਨਾਲ ਜਿਹੜਾ ਵਾ ਐਸਿਡ ਲਾਸ ਹੁੰਦਾ ਆ। ਸੋ ਇਹਦੇ ਵਿੱਚ ਕੀ ਹੁੰਦਾ ਆ, ਬੋਡੀ ਦੇ ਵਿੱਚ ਬਾਈਕਾਰਬੋਨੇਟ ਲੈਵਲ ਜਿਹੜਾ ਆ ਵੱਧ ਜਾਂਦਾ ਆ। ਸੋ ਦਿਸ ਇਜ਼ ਆਲਸੋ ਰੋਂਗ ਆਪਸ਼ਨ। Next, a patient has undergone surgery. The nurse must know that the priority nursing intervention for patient during immediate post-operative period will be. So, ਹੁਣ ਪ੍ਰਾਇੋਰਿਟੀ ਨਰਸਿੰਗ ਇੰਟਰਵੈਂਸ਼ਨ ਪੁੱਛੀ ਹੈ ਉਹਨਾਂ ਨੇ। ਆਪਸ਼ਨ ਸਾਡੇ ਕੋਲ ਹੈਗੀਆਂ ਜੀ, observing the patient for hemorrhage, maintaining patent airway, checking vital signs every 15 minutes, or recording intake and output। ਹੁਣ ਇੱਥੇ ਆਪਸ਼ਨ A ਵੀ ਸਾਡੇ ਕੋਲ ਕਰੈਕਟ ਹੈਗੀ ਆ। ਆਪਾਂ ਪੇਸ਼ੈਂਟ ਨੂੰ ਹੈਮਰੇਜ ਲਈ ਵੀ observe ਕਰਨਾ ਹੁੰਦਾ ਆ, ਪੇਟੈਂਟ 에ਅਰਵੇ ਵੀ ਮੇਨਟੇਨ ਕਰਨਾ ਹੁੰਦਾ ਆ, ਵਾਈਟਲ ਸਾਈਨਸ ਵੀ ਚੈੱਕ ਕਰਨੇ ਹੁੰਦੇ ਆ। ਐਂਡ ਜਿਹੜੀ ਆਪਸ਼ਨ D ਹੈਗੀ ਆ ਉਹ ਸਿੱਧੀ ਐਲੀਮੀਨੇਟ ਹੁੰਦੀ ਹੈ, ਕਿਉਂਕਿ ਇਮੀਡੀਏਟ ਪੋਸਟ ਆਪ ਪੀਰੀਅਡ ਦੇ ਵਿੱਚ ਆਪਾਂ ਜਿਹੜੇ ਇਨਟੇਕ ਆਊਟਪੁੱਟ ਨਹੀਂ ਚੈੱਕ ਕਰਦੇ, ਉਹ ਲੇਟਰ ਔਨ ਚੈੱਕ ਕਰਦੇ ਆ। ਸੋ ਇਹ ਪ੍ਰਾਇੋਰਿਟੀ ਨਹੀਂ ਹੁੰਦੀ। ਹੁਣ ਆਪਾਂ ਆਪਸ਼ਨਸ A, B, C ਦੇ ਵਿੱਚੋਂ ਦੇਖੀਏ। ਸੋ ਹੈਮਰੇਜ, ਪੇਟੈਂਟ 에ਅਰਵੇ ਜਾਂ ਵਾਈਟਲ ਸਾਈਨਸ, ਇਹਨਾਂ ਤਿੰਨਾਂ ਦੇ ਵਿੱਚੋਂ ਪ੍ਰਾਇੋਰਿਟੀ ਲੈਂਦਾ ਆ ਪੇਟੈਂਟ 에ਅਰਵੇ, ਬਿਕੋਜ਼ ਜੇ ਪਰਸਨ ਦਾ 에ਅਰਵੇ ਮੇਨਟੇਨ ਨਹੀਂ ਹੈਗਾ, ਉਹਨੇ ਬਰੀਥ ਨਹੀਂ ਕਰ ਪਾਉਣਾ ਹੈਗਾ। ਐਂਡ ਪੋਸਟ ਆਪ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਡੇਂਜਰ 에ਅਰਵੇ ਬਲੌਕ ਹੁੰਦਾ ਹੈ ਡਿਊ ਟੂ ਐਕਿਊਮੂਲੇਸ਼ਨ ਆਫ ਸਿਕ੍ਰੀਸ਼ਨਸ ਜਾਂ ਐਨਸਥੀਸੀਆ ਇਫੈਕਟ ਦੇ ਕਰਕੇ। ਸੋ ਸਭ ਤੋਂ ਪਹਿਲਾਂ ਪੇਟੈਂਟ 에ਅਰਵੇ ਮੇਨਟੇਨ ਕਰ। ਨੈਕਸਟ, ਹੌਸਪਾਈਸ ਇਜ਼ ਦ ਟ੍ਰੀਟਮੈਂਟ ਕੰਸੈਪਟ ਫॉर। ਸੋ ਹੌਸਪਾਈਸ ਕੇਅਰ ਦਾ ਮਤਲਬ ਹੁੰਦਾ ਆ ਐਂਡ ਆਫ ਲਾਈਫ ਕੇਅਰ ਪ੍ਰੋਵਾਈਡ ਕਰਨਾ, ਜਿਹਦੇ ਵਿੱਚ ਮੇਨ ਫੋਕਸ ਹੁੰਦਾ ਆ ਪੇਸ਼ੈਂਟ ਦੇ ਕੰਫਰਟ ਤੇ ਪੇਨ ਮੈਨੇਜਮੈਂਟ ਤੇ ਫੋਕਸ ਕੀਤਾ ਜਾਂਦਾ ਆ। ਐਂਡ ਇਹ ਜਿਹੜਾ ਵਾ ਮੇਨਲੀ ਟਰਮੀਨਲੀ ਇਲ ਪੇਸ਼ੈਂਟਸ ਲਈ ਯੂਜ਼ ਕੀਤਾ ਜਾਂਦਾ ਆ। ਸੋ ਜਿਹੜੀ ਚੀਜ਼ ਨੂੰ ਆਪਾਂ ਕਿਉਰ ਨਹੀਂ ਕਰ ਸਕਦੇ, ਬਸ ਉਹਦੇ ਸਿੰਪਟਮਸ ਨੂੰ ਥੋੜਾ ਈਜ਼ ਕਰ ਸਕਦੇ ਆ। ਲਾਈਕ ਜਿਹੜੇ ਹੁਣ ਸਾਡੇ ਕੋਲ ਟਰਮੀਨਲੀ ਇਲ ਕੈਂਸਰ ਪੇਸ਼ੈਂਟਸ ਆ, ਉਹਨਾਂ ਲਈ ਮੋਸਟਲੀ ਹੌਸਪਾਈਸ ਕੇਅਰ ਯੂਜ਼ ਹੁੰਦੀ ਆ। ਸੋ ਲੈਟਸ ਸੀ ਆਰ ਆਪਸ਼ਨਸ। ਫਰਸਟ ਆਪਸ਼ਨ ਇਜ਼ ਟਰਮੀਨਲੀ ਇਲ ਕੈਂਸਰ ਪੇਸ਼ੈਂਟਸ। ਯੈਸ, ਇਹਨਾਂ ਲਈ ਹੌਸਪਾਈਸ ਕੇਅਰ ਯੂਜ਼ ਹੁੰਦੀ ਹੈ। ਦੈਨ ਕਾਰਡੀਅਕ ਪੇਸ਼ੈਂਟਸ ਲਈ ਹੌਸਪਾਈਸ ਕੇਅਰ ਨਹੀਂ ਹੁੰਦੀ, ਬਿਕੋਜ਼ ਹੌਸਪਾਈਸ ਕੇਅਰ ਜਿਵੇਂ ਮੈਂ ਤੁਹਾਨੂੰ ਦੱਸਿਆ ਐਂਡ ਆਫ ਲਾਈਫ ਕੇਅਰ ਹੁੰਦੀ ਹੈ। ਕਾਰਡੀਅਕ ਕੰਡੀਸ਼ਨਸ ਜਿਹੜੀਆਂ ਵਾ ਉਹ ਟ੍ਰੀਟੇਬਲ ਹੈਗੀਆਂ, ਉਹਨਾਂ ਦਾ ਕਿਉਰ ਕੀਤਾ ਜਾਊਗਾ। So this is wrong. Psychiatric illnesses ਵੀ treatable ਹੈਗੀਆਂ, no need for hospice care over here. Then option D, all of above ਆਊਗਾ ਹੀ ਨਹੀਂ, ਕਿਉਂਕਿ ਸਾਡੇ ਕੋਲ ਦੋਨੋਂ ਆਪਸ਼ਨਸ ਜਿਹੜੀਆਂ eliminate ਹੋ ਗਈਆਂ ਸੀਗੀਆਂ। So option D is also wrong. Still, the process of assessing patients who come to emergency department and determining their management priorities is called. So ਇੱਥੇ ਸਾਡੇ ਕੋਲ correct option ਹੈਗੀ ਹੈ ਜੀ ਟਰਾਇਜ ਦੇ ਮਤਲਬ ਹੁੰਦਾ ਹੈ ਕਿ ਜਿਹੜੇ ਵੀ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਪੇਸ਼ੈਂਟਸ ਆਉਂਦੇ ਆ, ਉਹਨਾਂ ਪੇਸ਼ੈਂਟਸ ਵਿੱਚੋਂ ਆਪਾਂ ਡਿਸਾਈਡ ਕਰਨਾ ਕਿ ਕਿਹੜੇ ਪੇਸ਼ੈਂਟ ਨੂੰ ਪਹਿਲਾਂ ਟਰੀਟ ਕੀਤਾ ਜਾਵੇ ਬੇਸਡ ਔਨ ਸਵੈਰਿਟੀ ਆਫ ਸਿੰਪਟਮਸ। ਇੱਥੇ ਜਿਹੜੀ ਬਾਕੀ ਆਪਸ਼ਨਸ ਦਿੱਤੀਆਂ ਹੋਈਆਂ, ਮਿਰਾਜ ਦਾ ਮਤਲਬ ਹੁੰਦਾ ਇਲੂਜਨ। ਸੋ ਇਹ ਬਿਲਕੁਲ ਇਰੈਲੇਵੈਂਟ ਆਪਸ਼ਨ ਹੈ। ਇੱਥੇ ਲੈਵਾਜ ਦਾ ਮਤਲਬ ਹੁੰਦਾ ਹੈ ਵਾਸ਼ਿੰਗ ਆਊਟ, ਲਾਈਕ ਜਿੱਦਾਂ ਸਟਮਕ ਲੈਵਾਜ ਕੀਤਾ ਜਾਂਦਾ ਹੈ ਬੋਡੀ ਚੋਂ ਕੁਝ ਰਿਮੂਵ ਕਰਨ ਲਈ। ਸੋ ਇਹ ਵੀ ਇਨਕਰੈਕਟ ਆਪਸ਼ਨ ਹੈਗੀ ਆ। ਐਂਡ ਕੋਲਾਜ ਜਸਟ ਹੁੰਦਾ ਹੈ ਜਿੱਦਾਂ ਕਲੈਕਸ਼ਨ ਆਫ ਪਿਕਚਰਸ। Next, when pouring the liquid medicine from the ounce glass, the label of the bottle is held against the hand, right hand, left hand, or any side. So ਜਦੋਂ ਵੀ ਆਪਾਂ ਮੈਡੀਸਨ ਜਿਹੜੀ ਆ ਪੋਰ ਕਰਨੀ ਹੁੰਦੀ ਆ, ਉਹਨੂੰ ਹਮੇਸ਼ਾ ਅਗੇਂਸਟ ਦਾ ਹੈਂਡ ਰੱਖਿਆ ਜਾਂਦਾ ਹੈ। ਦਿਸ ਇਜ਼ ਆਰ ਕਰੈਕਟ ਆਪਸ਼ਨ, ਕਿਉਂਕਿ ਲੇਬਲ ਹਮੇਸ਼ਾ ਹੈਂਡ ਦੇ ਅਗੇਂਸਟ ਰੱਖਾਂਗੇ ਤਾਂ ਜੇ ਮੈਡੀਸਨ ਆਪਾਂ
ਆਉਂਦੇ ਹੋਏ ਅਗਰ ਮੈਡੀਸਿਨ ਥੋੜੀ ਜਿਹੀ ਡਿੱਗ ਜੇ ਜਾਂ ਡ੍ਰਿਪ ਹੋ ਜਾਏ ਤਾਂ ਲੇਬਲ ਜਿਹੜਾ ਵਾ ਖਰਾਬ ਨਾ ਹੋਵੇ, ਰੀਡੇਬਲ ਰਵੇ। ਦੈਟਸ ਵਾਈ ਅਗੇਂਸਟ ਦ ਹੈਂਡ ਰੱਖਦੇ ਆ। ਹੁਣ ਰਾਈਟ ਹੈਂਡ 'ਚ ਜਾਂ ਲੈਫਟ ਹੈਂਡ 'ਚ ਇਹ ਮੈਟਰ ਨਹੀਂ ਕਰਦਾ, ਜਸਟ ਮੈਟਰ ਕਰਦੀ ਆ ਸਾਡੇ ਕੋਲ ਲੇਬਲ ਦੀ ਪੋਜੀਸ਼ਨ। ਸੋ B ਐਂਡ C ਦੋਨੋਂ ਰੋਂਗ ਆਪਸ਼ਨ ਸੀਗੀਆਂ ਐਂਡ ਐਨੀ ਸਾਈਡ ਇਹ ਵੀ ਇਨਕਰੈਕਟ ਹੈਗਾ ਵਾ, ਬਿਕੋਜ਼ ਲੇਬਲ ਨੂੰ ਆਪਾਂ ਕਿਸੇ ਵੀ ਸਾਈਡ ਤੇ ਨਹੀਂ ਰੱਖ ਸਕਦੇ। ਲੇਬਲ ਨੂੰ ਜਸਟ ਆਪਾਂ ਆਪੋਜ਼ਿਟ ਸਾਈਡ ਤੇ ਰੱਖਣਾ ਆ ਤਾਂ ਜੋ ਸਪਿਲ ਹੋ ਕੇ ਲੇਬਲ ਖਰਾਬ ਨਾ ਹੋਵੇ। Next, when lifting a patient, a nurse bends on her. So option ਸਾਡੇ ਕੋਲ ਹੈਗੀਆਂ hips and back, hips and knees, back and knees or back only. So lifting a patient and nurse bends on her. ਇੱਥੇ ਸਾਡਾ safe body mechanics ਵਾਲਾ topic ਆਉਂਦਾ ਹੈ। safe body mechanics ਵਿੱਚ nurse ਨੀਜ਼ ਐਂਡ ਹਿਪਸ ਤੋਂ ਬੈਂਡ ਕਰਦੀ ਆ, ਨਾ ਕਿ ਬੈਕ ਤੋਂ, ਤਾਂ ਜੋ ਬੈਕ ਇੰਜਰੀ ਨਾ ਹੋਵੇ। ਸੋ ਜਿੱਥੇ ਵੀ ਬੈਕ ਆਉਂਦਾ ਵਾ ਆਪਾਂ ਉਹ ਆਪਸ਼ਨ ਸਿਲੈਕਟ ਨਹੀਂ ਕਰਨੀ। ਕਰੈਕਟ ਆਪਸ਼ਨ ਇਜ਼ ਹਿਪਸ ਐਂਡ ਨੀਜ਼। ਸੋ ਹਿਪਸ ਐਂਡ ਬੈਕਸ ਤੋਂ ਨਹੀਂ ਕਰਨਾ, ਕਿਉਂਕਿ ਅਗਰ ਬੈਕ ਯੂਜ਼ ਕੀਤੀ ਤਾਂ ਬੈਕ ਇੰਜਰੀ ਹੋ ਸਕਦੀ ਆ। ਬੈਕ ਐਂਡ ਨੀਜ਼ ਇਹ ਵੀ ਮਿਸਲੀਡਿੰਗ ਆਪਸ਼ਨ ਹੈਗੀ ਆ। ਸੋ ਫੋਕਸ ਸਾਡਾ ਇਹ ਆ ਕਿ ਬੈਕ ਇੰਜਰੀ ਨਾ ਹੋਵੇ। ਦਿਸ ਇਜ਼ ਆਲਸੋ ਰੋਂਗ ਐਂਡ ਬੈਕ ਓਨਲੀ ਇਹ ਤਾਂ ਬਿਲਕੁਲ ਹੀ ਰੋਂਗ ਆਪਸ਼ਨ ਹੈ। 1 gram of fat provides, ਸੋ 1 gram of fats ਦੇ ਵਿੱਚ 9 ਕਿਲੋ ਕੈਲੋਰੀਜ਼ ਪਰ ਗ੍ਰਾਮ ਹੁੰਦੀਆਂ ਆ ਐਂਡ ਕਾਰਬੋਹਾਈਡਰੇਟਸ ਐਂਡ ਪ੍ਰੋਟੀਨਸ ਦੇ ਵਿੱਚ 4 ਕਿਲੋ ਕੈਲੋਰੀਜ਼ ਪਰ ਗ੍ਰਾਮ ਹੁੰਦੇ ਆ। ਸੋ ਇੱਥੇ ਜੇ ਆਪਾਂ ਫੈਟਸ ਦਾ ਦੇਖੀਏ, ਫॉर 1 gram of fat ਕਰੈਕਟ ਆਪਸ਼ਨ ਇਜ਼ 9 ਕੈਲੋਰੀਜ਼ ਐਂਡ ਜਿਹੜੇ 4 ਕੈਲੋਰੀਜ਼ ਹੈਗੀਆਂ ਉਹ ਫॉर ਕਾਰਬੋਹਾਈਡਰੇਟਸ ਐਂਡ ਪ੍ਰੋਟੀਨਸ ਹੁੰਦੀਆਂ, ਨਾ ਕਿ ਫੈਟ ਲਈ। ਦਿਸ ਇਜ਼ ਰੋਂਗ ਐਂਡ 2 and 1 ਤਾਂ ਬਿਲਕੁਲ ਹੀ ਇਨਕਰੈਕਟ ਆਪਸ਼ਨਸ ਨੇ। In comparison to cow's milk, which one of the following nutrient is more in human milk? Options ਆਪਣੇ ਕੋਲ ਹੈਗੀਆਂ ਨੇ ਜੀ lactose, proteins, minerals and iron. So correct option here is lactose, because lactose ਜਿਹੜਾ ਹੈ human milk ਦੇ ਵਿੱਚ ਜ਼ਿਆਦਾ ਹੁੰਦਾ ਆ and ਇਹ brain growth ਲਈ important ਆ। That's why newborn ਲਈ breastfeeding ਬਹੁਤ important ਹੁੰਦੀ ਆ। and ਜਿਹੜੇ proteins and minerals ਨੇ ਇਹ cow milk ਦੇ ਵਿੱਚ ਜ਼ਿਆਦਾ ਹੁੰਦੇ ਆ, ਨਾ ਕਿ human milk ਦੇ ਵਿੱਚ। and iron ਜਿਹੜਾ ਆ ਦੋਨਾਂ ਦੇ ਵਿੱਚ ਹੀ ਘੱਟ ਹੁੰਦਾ। ਇੱਥੇ main difference ਜਿਹੜਾ ਵਾ lactose ਦਾ ਹੈਗਾ। Which blood group is considered as universal recipient? So ਜਿਹੜਾ universal recipient ਹੁੰਦਾ ਆ ਉਹ blood group ਹੁੰਦਾ ਆ ਜੀ ਜਿਹੜਾ ਕਿਸੇ ਵੀ blood group ਕੋਲੋਂ blood ਲੈ ਸਕਦਾ ਆ। So correct option here is blood group AB and universal donor ਹੁੰਦਾ ਆ blood group O and so ਇਹ ਤੇ correct options ਨਹੀਂ ਸੀਗੀਆਂ ਸਾਡੀਆਂ। correct option ਹੈ AB and ਜਿਹੜੇ blood group A ਹੁੰਦਾ ਆ it can't take blood B or AB and ਜਿਹੜਾ blood group B ਵਾਲਾ ਆ ਉਹ A ਜਾਂ AB ਵਾਲਾ ਨਹੀਂ ਲੈ ਸਕਦਾ ਹੈ। coughing up blood is termed as, so let's see our options. option 1 ਹੈ ਜੀ epistaxis. epistaxis ਹੁੰਦਾ ਆ nose bleeding ਹੋਣੀ, so this is wrong option here. second option hemoptysis ਹੁੰਦਾ ਆ blood ਆਉਣਾ with cough, so this is correct option here. melena ਹੁੰਦਾ ਆ blood in stools, this is wrong option. hematemesis is blood in vomiting, so this is also wrong. next, ambu bag is used in ICU primarily when, so ਆਪਣੇ ਕੋਲ options ਹੈਗੀਆਂ ਜੀ। first option respiratory arrest occurs when a patient has ventricular fibrillation, when a patient has severe chest pain or when a patient has perfused bleeding. so correct option here is when respiratory arrest occurs, because ਜਿਹੜਾ ambu bag ਹੈਗਾ ਆ ਇਹ oxygen supply ਲਈ use ਕੀਤਾ ਜਾਂਦਾ ਹੈ ਜਦੋਂ patient ਆਪਣੇ ਆਪ breathe ਨਹੀਂ ਕਰ ਪਾ ਰਿਹਾ, like in respiratory arrest. B option incorrect ਹੈ because ventricular fibrillation ਲਈ CPR ਜਾਂ ਫਿਰ defibrillator use ਕੀਤਾ ਜਾਂਦਾ ਆ। ambu bag ਇੱਥੇ ਇਕੱਲਾ ਨਹੀਂ use ਕੀਤਾ ਜਾਂਦਾ। and when patient has severe chest pain means angina or MI ਦੇ ਕੇਸ ਵਿੱਚ ambu bag priority ਨਹੀਂ ਹੈਗੀ। and when a patient has perfused bleeding, so bleeding ਜਾਂ ਫਿਰ fluid loss ਹੁੰਦਿਆ ਵਾ ਤਾਂ ਇੱਥੇ fluid replacement priority ਆ, ਨਾ ਕਿ ambu bag. Next we have which of the following is the sign of true labor? Contractions occurring at regular interval, contractions starting mainly at abdomen, cervical os is closed or increase in intensity of contractions with walking. So ਜਿਹੜਾ true labor ਹੁੰਦਾ ਆ ਇਹਦੇ features ਹੁੰਦੇ ਆ regular contractions, increasing intensity and frequency and cervical dilation. ਸੋ ਇੱਥੇ ਸਾਡੀ ਜਿਹੜੀ ਕਰੈਕਟ ਆਪਸ਼ਨ ਹੈਗੀ ਉਹ ਹੈਗੀ ਹੈ ਕੰਟਰੈਕਸ਼ਨਸ ਅਕਰਿੰਗ ਐਟ ਰੈਗੂਲਰ ਇੰਟਰਵਲ। ਹੁਣ ਬੀ ਆਪਸ਼ਨ ਹੈਗੀ ਕੰਟਰੈਕਸ਼ਨ ਸਟਾਰਟਿੰਗ ਮੇਨਲੀ ਐਟ ਐਬਡੋਮਨ, ਇਹ ਫਾਲਸ ਲੇਬਰ ਦਾ ਸਾਈਨ ਹੈ, ਨਾ ਕਿ ਟਰੂ ਲੇਬਰ ਦਾ। ਸੋ
ਸਰਵਿਕਸ ਓਸ ਇਜ਼ ਕਲੋਜ਼ਡ। ਟਰੂ ਲੇਬਰ ਦੇ ਵਿੱਚ ਸਰਵਿਕਸ ਜਿਹੜੀ ਓਸ ਹੈਗੀ ਆ ਉਹ ਓਪਨ ਹੁੰਦੀ ਆ, ਕਲੋਜ਼ਡ ਨਹੀਂ ਹੁੰਦੀ, ਸੋ ਦਿਸ ਇਜ਼ ਰੋਂਗ। ਇੰਕਰੀਜ਼ ਇਨ ਇੰਟੈਂਸਿਟੀ ਆਫ ਕੰਟਰੈਕਸ਼ਨਸ ਵਿਦ ਵਾਕਿੰਗ, ਇਹ ਵੀ ਇੱਕ ਫੀਚਰ ਹੈਗਾ ਆ ਟਰੂ ਲੇਬਰ ਦਾ, ਬਟ ਆਪਾਂ ਬੈਸਟ ਆਨਸਰ ਚੂਜ਼ ਕਰਨਾ, ਸੋ ਬੈਸਟ ਆਨਸਰ ਆਪਣੇ ਕੋਲ ਆਪਸ਼ਨ ਏ ਹੈਗੀ ਆ। Next is calcium required during lactation period is lactation ਦੇ ਟਾਈਮ ਤੇ calcium requirement normal ਨਾਲੋਂ ਜ਼ਿਆਦਾ ਹੁੰਦਾ ਆ ਕਿਉਂਕਿ milk production ਲਈ calcium ਚਾਹੀਦਾ ਆ। So approximately 1500 to 2000 mg per day ਹੁੰਦੀ ਆ। So if we see in grams, the correct answer is 1.5 to 2 gram। ਬਾਕੀ options ਜਿਹੜੀਆਂ ਆਪਣੇ ਕੋਲ wrong ਨੇ ਇਹਦੇ ਵਿੱਚ। Next question ਹੈ nurse is caring for a client who had a spontaneous abortion. Nurse priority should be assessing the client for spontaneous abortion ਵਾਲਾ patient ਆਪਣੇ ਕੋਲ nurse ਦੀ priority ਪੁੱਛੀ ਗਈ ਹੈ। ਸੋ ਕਾਹਦੇ ਲਈ ਆਪਾਂ ਅਸੈਸ ਕਰਾਂਗੇ ਪੇਸ਼ੈਂਟ ਨੂੰ? ਹੈਮਰੇਜ, ਡੀਹਾਈਡਰੇਸ਼ਨ, ਹਾਈਪਰਟੈਂਸ਼ਨ ਔਰ ਸਬ ਇਨਵੋਲੂਸ਼ਨ। ਸੋ ਫਸਟ ਆਪਸ਼ਨ ਆਪਣੇ ਕੋਲ ਜਿਹੜੀ ਹੈ ਹੈਮਰੇਜ। ਸਪੌਂਟੇਨੀਅਸ ਅਬੋਰਸ਼ਨ ਵਿੱਚ ਸਭ ਤੋਂ ਜ਼ਿਆਦਾ ਮੇਜਰ ਕੰਪਲਿਕੇਸ਼ਨ ਹੁੰਦੀ ਹੈ ਐਕਸੈਸਿਵ ਬਲੀਡਿੰਗ ਹੋਣਾ। ਸੋ ਫਸਟ ਪ੍ਰਾਇੋਰਟੀ ਇੱਥੇ ਸਾਡੀ ਹਮੇਸ਼ਾ ਹੈਮਰੇਜ ਲਊਗੀ। ਬੀ ਆਪਸ਼ਨ ਦਿੱਤੀ ਹੈ ਡੀਹਾਈਡਰੇਸ਼ਨ, ਇਹ ਵੀ ਪੋਸੀਬਲ ਹੈਗੀ ਆ ਬਟ ਇਹ ਐਜ਼ ਮਚ ਲਾਈਫ ਥ੍ਰੈਟਨਿੰਗ ਨਹੀਂ ਹੈਗੀ ਐਜ਼ ਕੰਪੇਅਰ ਟੂ ਹੈਮਰੇਜ, ਸੋ ਇਹਨੂੰ ਆਪਾਂ ਰੋਂਗ ਕਰ ਦਾਂਗੇ। ਹਾਈਪਰਟੈਂਸ਼ਨ ਅਨਰਿਲੇਟਡ ਆ, ਜੇ ਬਲੀਡਿੰਗ ਹੁੰਦੀ ਹੈ ਤਾਂ ਹਾਈਪੋਟੈਂਸ਼ਨ ਹੋਊਗੀ ਨਾ ਕਿ ਹਾਈਪਰਟੈਂਸ਼ਨ, ਦਿਸ ਇਜ਼ ਰੋਂਗ। ਸਬ ਇਨਵੋਲੂਸ਼ਨ ਲੌਂਗ ਟਰਮ ਕੰਪਲਿਕੇਸ਼ਨ ਹੈਗੀ ਆ ਬਟ ਕੁਐਸਚਨ 'ਚ ਸਾਨੂੰ ਪੁੱਛਿਆ ਗਿਆ ਆ ਪ੍ਰਾਇੋਰਿਟੀ, ਸੋ ਪ੍ਰਾਇੋਰਿਟੀ ਹੇਅਰ ਇਜ਼ ਹੈਮਰੇਜ ਨਾਟ ਸਬ ਇਨਵੋਲੂਸ਼ਨ। Next question is in primary gravida, time period of latent phase in partograph is about। So primary gravida ਹੁੰਦੀ ਆ ਜਿਹੜੀ women first time pregnant ਹੋਵੇ, ਸੋ ਉਹਨਾਂ ਦੇ ਵਿੱਚ latent phase ਜਿਹੜਾ ਵਾ around 8 hours ਦਾ ਹੁੰਦਾ ਆ, ਜਿਹਦੇ ਵਿੱਚ 0 to 3 centimeter ਤੱਕ cervical dilation ਹੁੰਦੀ ਆ। ਬਾਕੀ options ਇਹਦੇ ਵਿੱਚ ਆਪਣੀਆਂ wrong answers ਨੇ। A woman weighing 65 kg having a height of 155 centimeter will have BMI. So BMI is basal metabolic index and in calculate ਕਰਨ ਦਾ ਸਾਡੇ ਕੋਲ formula ਹੁੰਦਾ ਹੈ weight in kg over height in meter square. So ਸਾਡੇ ਕੋਲ ਕੁਐਸਚਨ ਦੇ ਵਿੱਚ weight in kgs ਦਿੱਤਾ ਹੋਇਆ ਵਾ 65 kg and height is 155 centimeter and ਇਹਨੂੰ ਜਦੋਂ ਆਪਾਂ meters ਦੇ ਵਿੱਚ change ਕਰਾਂਗੇ ਤਾਂ it will be 1.55 meter and we have to do a square, so it will be 65 over 2.40 and ਇਹਨੂੰ divide ਕਰਕੇ ਸਾਡੇ ਕੋਲ answer ਆਉਂਦਾ ਹੈਗਾ ਆ 27। so here ਸਾਡੇ ਕੋਲ option ਦੇ ਵਿੱਚ 27 ਜਿਹੜੀ ਆ ਜੀ correct option ਹੈਗੀ ਆ। and normal BMI ਜਿਹੜਾ ਹੁੰਦਾ ਹੈ that is 18.5 to 24.9, ਜੇ 25 ਤੋਂ ਲੈ ਕੇ 29.9 ਤੱਕ ਹੈਗਾ ਆ that is overweight, so ਉਹਦੇ according ਇਹ ਜਿਹੜੀ woman ਹੈ overweight ਹੈ। Common side effects associated with antidepressant is, so first option ਆਪਣੇ ਕੋਲ ਹੈਗੀ ਆ impotence like sexual dysfunction ਜਿਹੜਾ ਵਾ ਕੁਝ antidepressants ਕਰਕੇ ਹੁੰਦਾ ਆ, so ਇਹ ਆਪਣੀ ਕਰੈਕਟ ਆਪਸ਼ਨ ਇੱਥੇ ਹੈਗੀ ਆ। ਲੈਟਸ ਸੀ ਬਾਕੀ ਆਪਸ਼ਨਸ ਵੀ ਦੇਖਦੇ ਹਾਂ। ਸੋ ਸੈਕੰਡ ਆਪਸ਼ਨ ਇਜ਼ ਬੀ। ਹੁਣ ਸੈਰੋਟੋਨਿਨ ਜਾਂ ਨੌਨ ਐਡਰੇਨਾਲਿਨ ਦੇ ਇੰਬੈਲੈਂਸ ਦੇ ਨਾਲ ਟ੍ਰੈਮਰਸ ਵੀ ਹੋ ਸਕਦੇ ਆ, ਸੋ ਇਹ ਵੀ ਇੱਥੇ ਰਾਈਟ ਆ। ਮਾਈਲਡ ਰੀਐਸਸ ਹੁੰਦਾ ਆ, ਪਿਊਪਲ ਡਾਇਲੇਸ਼ਨ ਹੋਣੀ, ਇਹ ਸਾਈਡ ਇਫੈਕਟ ਹੈ ਐਂਟੀ ਡਿਪਰੈਸੈਂਟਸ ਦਾ, ਸਪੈਸ਼ਲੀ SSRIs ਜਿਹੜੇ ਹੁੰਦੇ ਆ ਉਹਨਾਂ ਕਰਕੇ ਹੁੰਦਾ ਆ, ਸੋ ਇਹ ਵੀ ਰਾਈਟ ਆ। ਹੁਣ ਫੋਰਥ ਆਪਸ਼ਨ ਆਪਣੇ ਕੋਲ ਦਿੱਤੀ ਹੋਈ ਆਲ ਆਫ ਅਬਵ, ਸੋ ਇਹ ਤਿੰਨੋਂ ਹੀ ਹੁੰਦੇ ਆ, ਸਾਰੇ ਲਿਸਟਡ ਸਾਈਡ ਇਫੈਕਟਸ ਕਾਮਨਲੀ ਮਿਲਦੇ ਆ ਐਂਟੀ ਡਿਪਰੈਸੈਂਟ ਡਰੱਗਸ ਦੇ ਨਾਲ, ਸੋ ਇੱਥੇ ਸਾਡੀ ਕਰੈਕਟ ਆਪਸ਼ਨ ਹੋਊਗੀ ਜੀ ਆਲ ਆਫ ਦੀ ਅਬਵ। ਨੈਕਸਟ ਕੁਐਸਚਨ ਇਜ਼ lithium toxicity occurs when the lithium level in blood goes above, so answer here is more than 2 milliequivalent per liter, because 0.6 to 1.2 milliequivalent ਜਿਹੜਾ ਵਾ ਸੇਫ ਜ਼ੋਨ ਹੁੰਦਾ ਹੈ, 1.5 ਤੋਂ ਉੱਪਰ ਮਾਈਲਡ ਟੌਕਸਿਸਿਟੀ ਹੋ ਸਕਦੀ ਆ, ਤੇ ਜੇ ਮੋਰ ਦੈਨ 2 ਹੁੰਦੇ ਆ ਉਹ ਬਹੁਤ ਹੀ ਡੇਂਜਰਸ ਹੈਗਾ ਆ। ਨੈਕਸਟ ਕੁਐਸਚਨ, family therapy is an example of, so ਸਾਡੇ ਕੋਲ options ਨੇ group psychotherapy, miliotherapy, IPR psychotherapy or behavior therapy, so ਸਾਡਾ ਇੱਥੇ correct option ਹੈ ਜੀ group psychotherapy।
ਕਿਉਂਕਿ ਪੂਰੀ ਫੈਮਿਲੀ ਇੱਕ ਗਰੁੱਪ ਬਣਾ ਕੇ ਥੈਰੇਪੀ ਦੇ ਵਿੱਚ ਪਾਰਟਿਸਿਪੇਟ ਕਰਦੀ ਹੈ। ਸੋ ਦੈਟਸ ਵਾਈ ਦਿਸ ਇਜ਼ ਕਰੈਕਟ ਆਪਸ਼ਨ। ਬਾਕੀ ਆਪਸ਼ਨਸ ਦੇਖ ਲੈਂਦੇ ਆ। ਮਿਲੀਓਥੈਰੇਪੀ ਹੁੰਦੀ ਹੈ ਜੋ ਇਹ এনवायरमेंट ਬੇਸਡ ਥੈਰਾਪਿਊਟਿਕ ਅਪਰੋਚ ਹੈਗੀ, ਜਦੋਂ এনवायरमेंट ਦੇ ਚੇਂਜਸ ਵਿੱਚ ਕੁਝ ਚੇਂਜਸ ਕੀਤੇ ਜਾਂਦੇ ਆ। ਦੈਨ ਇਜ਼ IPR ਸਾਈਕੋਥੈਰੇਪੀ, ਇਹ ਇੰਟਰਪਰਸਨਲ ਰਿਲੇਸ਼ਨਸ਼ਿਪ ਫੋਕਸਡ ਥੈਰੇਪੀ ਹੈਗੀ ਹੈ। ਐਂਡ ਲਾਸਟ ਜਿਹੜੀ ਬਿਹੇਵੀਅਰ ਥੈਰੇਪੀ ਆ, ਦਿਸ ਫੋਕਸ ਔਨ ਬਿਹੇਵੀਅਰ ਮੋਡੀਫਿਕੇਸ਼ਨ ਟੈਕਨੀਕਸ। All of the following are psychiatric emergencies except, so ਇਹਨਾਂ ਵਿੱਚੋਂ ਕਿਹੜੀ ਇੱਕ psychiatric emergency ਨਹੀਂ ਆ, ਅਸੀਂ ਉਹ find ਕਰਨੀ ਆ। ਫਰਸਟ ਆਪਸ਼ਨ ਇਜ਼ ਕਨਵਰਜਨ ਰਿਐਕਸ਼ਨਸ। ਹੁਣ ਕਨਵਰਜਨ ਰਿਐਕਸ਼ਨ ਕੋਈ ਐਮਰਜੈਂਸੀ ਕੰਡੀਸ਼ਨ ਨਹੀਂ ਹੁੰਦੀ, ਇਹ ਸੈਲਫ ਲਿਮਿਟਿੰਗ ਹੁੰਦਾ ਹੈ। ਇਸ ਕੰਡੀਸ਼ਨ ਦੇ ਵਿੱਚ ਹੁੰਦਾ ਹੈ ਕਿ ਪਰਸਨ ਦੀ ਜਿਹੜੀ ਇਮੋਸ਼ਨਲ ਸਟ੍ਰੈਸ ਆ ਉਹ ਇੰਨੀ ਕੁ ਸਟ੍ਰੈਸ ਲੈਂਦੇ ਆ ਕਿ ਉਹਦੀ ਸਟ੍ਰੈਸ ਉਹਦੇ ਫਿਜ਼ੀਕਲ ਸਿੰਪਟਮਸ ਦੇ ਵਿੱਚ ਕਨਵਰਟ ਹੁੰਦੀ ਆ, ਜਿਵੇਂ ਕਿ ਪੈਰਾਲਾਈਸਿਸ ਹੋਣੀ, ਬਲਾਈਂਡਨੈਸ ਹੋਣੀ, ਮਿਊਟ ਹੋ ਜਾਣਾ ਪੇਸ਼ੈਂਟ ਨੇ। ਬਟ ਇਹਦੇ ਵਿੱਚ ਕੋਈ ਆਰਗੈਨਿਕ ਡਿਸੀਜ਼ ਨਹੀਂ ਹੁੰਦੀ ਹੈਗੀ। ਸੋ ਇਹਦਾ ਕੋਈ ਲਾਈਫ ਥ੍ਰੈਟਨਿੰਗ ਇਫੈਕਟ ਨਹੀਂ ਹੁੰਦਾ ਪਰਸਨ ਤੇ, ਡਿਸਟ੍ਰੈਸਿੰਗ ਜ਼ਰੂਰ ਹੁੰਦੀ ਆ। ਐਂਡ ਇਹ ਸੈਲਫ ਲਿਮਿਟਿੰਗ ਕੰਡੀਸ਼ਨ ਹੈਗੀ ਆ। ਇਹਦੇ ਵਿੱਚ ਥੈਰੇਪੀਜ਼ ਦੇ ਨਾਲ ਪੇਸ਼ੈਂਟ ਨੂੰ ਟਰੀਟ ਕੀਤਾ ਜਾ ਸਕਦਾ ਆ। ਪੇਸ਼ੈਂਟ ਨਾ ਤਾਂ ਖੁਦ ਲਈ ਇੰਨਾ ਡੇਂਜਰਸ ਹੁੰਦਾ ਆ, ਨਾ ਕਿਸੇ ਲਈ ਡੇਂਜਰਸ ਹੁੰਦਾ ਆ। ਸੋ ਇੱਥੇ ਕਨਵਰਜਨ ਰਿਐਕਸ਼ਨ ਜਿਹੜੀ ਸਾਈਕੈਟ੍ਰਿਕ ਐਮਰਜੈਂਸੀ ਨਹੀਂ ਹੈਗੀ। ਸੋ ਇਹ ਸਾਡੀ ਕਰੈਕਟ ਆਪਸ਼ਨ ਆ ਇੱਥੇ। ਬਾਕੀ ਆਪਸ਼ਨਸ ਵੀ ਦੇਖ ਲੈਂਦੇ ਆ। ਫਸਟ ਪਿਊਪੈਰਲ ਸਾਈਕੋਸਿਸ ਜਿਹੜੀ ਹੈ ਇਹ ਹੁੰਦੀ ਆ ਮੋਸਟਲੀ ਆਫਟਰ ਦ ਚਾਈਲਡ ਬਰਥ, ਯੂਜੂਅਲੀ ਵਿਦਿਨ 2 to 4 ਵੀਕਸ। ਇਹਦੇ ਵਿੱਚ ਮਦਰ ਨੂੰ ਸੀਵੀਅਰ ਮੂਡ ਸਵਿੰਗਸ ਆਉਂਦੇ ਆ, ਸਮਟਾਈਮਸ ਹੈਲੂਸੀਨੇਸ਼ਨਸ ਐਂਡ ਡਿਲੂਜਨਸ ਹੁੰਦੇ ਆ, ਐਂਡ ਮਦਰ ਆਪਣੇ ਆਪ ਨੂੰ ਜਾਂ ਬੱਚੇ ਨੂੰ ਹਾਰਮ ਕਰ ਸਕਦੀ ਆ। ਸੋ ਇਹ ਐਮਰਜੈਂਸੀ ਕੰਡੀਸ਼ਨ ਆ। ਇੱਥੇ ਇਮੀਡੀਏਟ ਹਸਪੀਟਲਾਈਜੇਸ਼ਨ ਦੀ ਨੀਡ ਆ, ਟ੍ਰੀਟਮੈਂਟ ਦੀ ਨੀਡ ਹੈਗੀ ਆ। ਸੋ ਦਿਸ ਇਜ਼ ਐਮਰਜੈਂਸੀ। ਇੱਥੇ ਇਹ ਸਾਈਕੈਟ੍ਰਿਕ ਐਮਰਜੈਂਸੀ ਚ ਆਉਂਦੀ, ਸੋ ਇਹ ਸਾਡਾ ਰੋਂਗ ਆਪਸ਼ਨ ਹੋ ਗਈ ਸੀ। ਦੈਨ ਇਜ਼ ਸੁਸਾਈਡਲ ਆਈਡੀਏਸ਼ਨ, ਇਹ ਵੀ ਐਮਰਜੈਂਸੀ ਕੰਡੀਸ਼ਨ ਆ ਕਿਉਂਕਿ ਪੇਸ਼ੈਂਟ ਐਕਟਿਵਲੀ ਸੋਚਦਾ ਹੈ ਜਾਂ ਪਲਾਨ ਬਣਾਉਂਦਾ ਆ ਟੂ ਐਂਡ ਹਿਸ ਲਾਈਫ। ਸੋ ਇਹ 100% ਸਾਈਕੈਟ੍ਰਿਕ ਐਮਰਜੈਂਸੀ ਆ। ਡਿਲੇ ਕਰਨ ਦਾ ਮਤਲਬ ਆ ਥ੍ਰੈਟ ਟੂ ਪੇਸ਼ੈਂਟਸ ਲਾਈਫ। ਦੈਨ ਇਜ਼ ਸਾਈਕੋਟ੍ਰੋਪਿਕ ਵਿਡਰੋਲ, ਮੀਨਸ ਸਡਨ ਸਟਾਪੇਜ ਆਫ ਦ ਡਰੱਗਸ ਸਚ ਐਸ ਬੈਂਜ਼ੋਡਾਇਜ਼ਪੀਨਸ, ਅਲਕੋਹਲ, ਬਾਰਬੀਚੂਰੇਟਸ। ਸੋ ਉਹਦੇ ਨਾਲ ਫਿਰ ਸਿਵੀਅਰ ਵਿਡਰੋਲ ਸਿੰਪਟਮਸ ਆਉਂਦੇ ਆ ਜੋ ਕਿ ਅਗੇਨ ਲਾਈਫ ਥ੍ਰੈਟਨਿੰਗ ਹੋ ਸਕਦੇ ਹੈਗੇ ਆ। ਸੋ ਇਹ ਤਿੰਨੇ ਸਾਡੀਆਂ ਸਾਈਕੈਟ੍ਰਿਕ ਐਮਰਜੈਂਸੀ ਸੀਗੀਆਂ। ਓਨਲੀ ਕਨਵਰਜਨ ਰਿਐਕਸ਼ਨ ਇਹਨਾਂ ਵਿੱਚੋਂ ਸਾਈਕੈਟ੍ਰਿਕ ਐਮਰਜੈਂਸੀ ਨਹੀਂ ਆ। Next question, headquarter of TNAI is situated in, answer is Delhi. Next question, Nurse Roy is administering total parenteral nutrition through a peripheral IV to a school-age child. What is the smallest amount of glucose that is considered safe and not caustic to small veins while also providing adequate TPN? So question ਚ ਸਾਨੂੰ ਪੁੱਛਿਆ ਗਿਆ ਹੈ ਕਿ ਕਿੰਨਾ amount glucose ਦਾ ਆਪਾਂ safely school-age child ਨੂੰ ਦੇ ਸਕਦੇ ਹੈਗੇ ਆ ਜਿਹੜੀ ਆਪਾਂ ਟੋਟਲ ਪੈਰੈਂਟਲ ਨਿਊਟ੍ਰੀਸ਼ਨ ਪ੍ਰੋਵਾਈਡ ਕਰਨ ਦੇ ਆ ਪੈਰੀਫਰਲ IV ਲਾਈਨ ਦੇ ਥਰੂ, ਜਿਹੜੀ ਕਿ ਉਹਦੀ ਵੇਨਸ ਨੂੰ ਵੀ ਡੈਮੇਜ ਨਾ ਕਰੇ। ਸੋ ਇੱਥੇ ਸਾਡਾ ਕਰੈਕਟ ਆਨਸਰ ਹੈ ਜੀ 5% ਗਲੂਕੋਜ਼। ਜਿਹੜੀ ਆਪਾਂ ਪੈਰੈਂਟਲ ਨਿਊਟ੍ਰੀਸ਼ਨ ਪ੍ਰੋਵਾਈਡ ਕਰਦੇ ਆ ਮੇਨਲੀ ਆਪਾਂ ਦੋ ਵੇਜ਼ ਦੇ ਨਾਲ ਦਿੰਦੇ ਹੈਗੇ ਆ। ਪਹਿਲਾਂ ਆਪਣੇ ਕੋਲ ਆ ਜਾਂਦਾ ਹੈਗਾ ਹੈ PPN, ਦੈਟ ਇਜ਼ ਪੈਰੀਫਰਲ ਪੈਰੈਂਟਲ ਨਿਊਟ੍ਰੀਸ਼ਨ, ਐਂਡ ਦੂਜੀ ਆਪਣੇ ਕੋਲ ਆ ਜਾਂਦੀ ਹੈਗੀ ਆ TPN, ਦੈਟ ਇਜ਼ ਟੋਟਲ ਪੈਰੈਂਟਲ ਨਿਊਟ੍ਰੀਸ਼ਨ। ਪੈਰੀਫਰਲ ਨਿਊਟ੍ਰੀਸ਼ਨ ਜਿਹੜੀ ਹੈਗੀ ਆ ਪੈਰੀਫਰਲ ਲਾਈਨਸ ਦੇ ਥਰੂ ਦਿੱਤੀ ਜਾਂਦੀ। ਜਿਹੜੀ ਸਾਡੀ ਪੈਰੀਫਰਲ ਵੇਨਸ ਹੈਗੀਆਂ ਉਹ ਜ਼ਿਆਦਾ ਡੈਲੀਕੇਟ ਹੁੰਦੀਆਂ ਆ, ਇਸ ਕਰਕੇ ਕਿ ਸੋਲਿਊਸ਼ਨ ਦਾ ਜਿਹੜਾ ਓਸਮੋਲੈਰਿਟੀ ਉਹਦੀ ਹਾਈ ਹੋਣੀ ਚਾਹੀਦੀ ਆ ਜਦੋਂ ਆਪਾਂ ਕੋਈ ਸੋਲਿਊਸ਼ਨ ਦੇਂਦੇ ਹੈਗੇ ਆ। ਸੋ ਯੂਜੂਅਲੀ ਡੈਕਸਟਰੋਸ 5% ਜਿਹੜਾ ਵਾ ਉਹ ਸੇਫ ਹੁੰਦਾ ਆ ਪੈਰੀਫਰਲ ਦੇ ਵਿੱਚ, ਤੇ ਜੇ ਇਸ ਤੋਂ ਉੱਪਰ ਆਪਾਂ 10 ਜਾਂ 15 ਜਾਂ 17% ਦੇਂਦੇ ਹੈਗੇ ਆ ਉਹ ਹਾਈਪਰਟੋਨਿਕ ਹੋਊਗਾ, ਉਹ ਜਾ ਕੇ ਵੇਨਸ ਨੂੰ ਇਰੀਟੇਟ ਕਰੂਗਾ। ਸੋ ਉਹ ਆਪਾਂ ਨਹੀਂ ਦਿੰਦੇ ਹੈਗੇ ਇਨ ਕੇਸ ਆਫ ਪੈਰੀਫਰਲ ਪੈਰੈਂਟਲ ਨਿਊਟ੍ਰੀਸ਼ਨ। ਬਟ ਜੇ TPN ਹੈਗੀ ਆ ਉਹ ਵਾਇਆ ਸੈਂਟਰਲ ਲਾਈਨ ਦਿੱਤੀ ਜਾਂਦੀ ਹੈਗੀ ਆ। ਸੋ ਸੈਂਟਰਲ ਲਾਈਨ ਜਿਹੜੀ ਆ ਲੌਂਗ ਟਰਮ ਯੂਜ਼ ਲਈ ਹੁੰਦੀ ਆ, ਐਂਡ ਇਹਦੇ ਵਿੱਚ 10 to 25% ਗਲੂਕੋਜ਼ ਸੇਫਲੀ ਦਿੱਤਾ ਜਾ ਸਕਦਾ ਆ। ਸੋ ਜੇ ਸਪੈਸੀਫਿਕਲੀ ਪੈਰੀਫਰਲ ਲਾਈਨ ਪੁੱਛਿਆ ਆ ਤਾਂ 5% glucose is the smallest that is safest concentration over here. What is normal pressure range for ET or tracheostomy suctioning? So normal ਜਿਹੜਾ ਸਾਡੇ ਕੋਲ safe and effective pressure ਹੁੰਦਾ ਹੈ that is 80 to 120 mm of mercury. Next question, to prevent shock which position is recommended?
ਸੋ ਸ਼ੌਕ ਨੂੰ ਪ੍ਰੀਵੈਂਟ ਕਰਨ ਲਈ ਟ੍ਰੈਂਡਲਨਬਰਗ ਪੋਜੀਸ਼ਨ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਹੈਡ ਆਫ ਐਂਡ ਜਿਹੜਾ ਵਾ ਹੈਡ ਆਫ ਬੈੱਡ ਐਂਡ ਲੋਅਰ ਕਰ ਦਿੱਤਾ ਜਾਂਦਾ ਆ, ਲੈਗਸ ਜਿਹੜੀਆਂ ਵਾ ਉੱਪਰ ਕਰ ਦਿੱਤੀਆਂ ਜਾਂਦੀਆਂ ਆ ਤਾਂ ਜੋ ਵੀਨਸ ਰਿਟਰਨ ਜਿਹੜੀ ਆ ਉਹਨੂੰ ਇਨਕਰੀਜ਼ ਕਰ ਸਕੀ। ਫਰਸਟ ਆਪਸ਼ਨ ਦਿੱਤੀ ਸੀਗੀ dorsal recumbent means flat position, this is not useful at all. Follower position means head of bed high karna, so this is also not useful over here. And left lateral position a mostly in pregnancy या aspiration prevention ਲਈ ਦਿੱਤੀ ਜਾਂਦੀ ਹੈ, not for shock ਲਈ best position ਹੈਗੀ ਆ Trendelenburg position. The maximum time for transfusion of packed RBCs is, correct answer is 4 hours. Next, high oxygen delivery device is, so high oxygen delivery device ਆਪਣੇ ਕੋਲ ਹੈਗੀ ਆ non rebreather mask, ਇਹਦੇ ਥਰੂ ਆਪਾਂ high oxygen concentration provide ਕਰ ਸਕਦੇ ਆ up to 90 to 100% of oxygen. First option ਜਿਹੜੀ ਸੀਗੀ nasal cannula, this is a low flow device. Then simple face mask ਜਿਹੜੀ ਆ moderate amount of oxygen deliver ਕਰਦੀ ਆ, so this is also wrong. And ਜਿਹੜਾ venturi mask ਆ ਉਹ fixed amount of oxygen deliver ਕਰਨ ਲਈ ਹੈਗਾ ਆ, ਨਾ ਕਿ high amount. High oxygen delivery ਲਈ ਆਪਣੇ ਕੋਲ ਹੈਗਾ ਹੈ ਜੀ non rebreather. Which of the following immunization should the nurse expect to administer to a child who is HIV positive and severely immunocompromised? So remember the rule for HIV positive patient, ਜੇ patient HIV positive ਹੈਗਾ ਆ ਤੇ ਨਾਲ severely immunocompromised ਵੀ ਹੈਗਾ ਆ, ਇਹਦਾ ਮਤਲਬ ਉਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਲਾਈਵ ਵੈਕਸੀਨ ਆਪਾਂ ਨਹੀਂ ਦੇਣੀ ਹੈਗੀ। ਐਂਡ ਇਸ ਕਰਕੇ ਕਿਉਂਕਿ ਉਹਨਾਂ ਦੇ ਵਿੱਚ ਵੈਕਸੀਨ ਇੰਡਿਊਸਡ ਇਨਫੈਕਸ਼ਨ ਹੋਊਗੀ, ਐਂਡ ਇਸ ਕਰਕੇ ਵੀ ਕਿਉਂਕਿ ਉਹਨਾਂ ਦੀ ਇਮਿਊਨਿਟੀ ਜਿਹੜੀ ਆ ਬਹੁਤ ਜ਼ਿਆਦਾ ਲੋ ਹੋਈ ਹੁੰਦੀ ਆ, ਸੋ ਲਾਈਵ ਵੈਕਸੀਨਸ ਨੇ ਪ੍ਰੋਬਲਮ ਹੋਰ ਜ਼ਿਆਦਾ ਇੰਕਰੀਜ਼ ਕਰਨੀ ਹੈਗੀ ਆ। ਐਂਡ ਜੇ ਕੋਈ ਪੇਸ਼ੈਂਟ HIV ਪੋਜ਼ਿਟਿਵ ਹੈਗਾ ਆ ਬਟ ਸਿਵੀਅਰਲੀ ਇਮਿਊਨੋ ਕੰਪਰੋਮਾਈਜ਼ਡ ਨਹੀਂ ਹੈਗਾ, ਉਹਨਾਂ 'ਚ ਕੁਛ ਕੁ ਲਾਈਵ ਵੈਕਸੀਨਸ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਆ ਅੰਡਰ ਮੋਨੀਟਰਿੰਗ। ਐਂਡ ਇਹਨਾਂ ਪੇਸ਼ੈਂਟਸ ਵਿੱਚ ਜੇ ਇਨਐਕਟੀਵੇਟਿਡ ਵੈਕਸੀਨਸ ਦੀ ਆਪਾਂ ਗੱਲ ਕਰੀਏ ਤਾਂ ਉਹ ਬਿਲਕੁਲ ਸੇਫ ਹੁੰਦੀਆਂ ਆ। ਸੋ ਆਪਾਂ ਆਪਸ਼ਨਸ ਦੇਖਦੇ ਹਾਂ। ਫਰਸਟ ਆਪਸ਼ਨ ਇਜ਼ ਵੈਰੀਸੇਲਾ। ਸੋ ਵੈਰੀਸੇਲਾ ਇਜ਼ ਲਾਈਵ ਐਟੀਓਨੇਟਿਡ ਵੈਕਸੀਨ, ਸੋ ਇਹ ਆਪਾਂ HIV ਪਲੱਸ ਸਿਵੀਅਰਲੀ ਇਮਿਊਨੋ ਕੰਪਰੋਮਾਈਜ਼ਡ 'ਚ ਨਹੀਂ ਦੇਵਾਂਗੇ। ਰੋਟਾ ਵਾਇਰਸ ਵੀ ਲਾਈਵ ਵੈਕਸੀਨ ਆ ਜੋ ਕਿ ਔਰਲੀ ਦਿੱਤੀ ਜਾਂਦੀ ਆ, ਇਹ ਵੀ ਨਹੀਂ ਦੇਵਾਂਗੇ ਆਪਾਂ। MMR is also live attenuated vaccine, ਇਹ ਵੀ ਨਹੀਂ ਦੇਣੀ ਹੈਗੀ। ਦੈਨ ਇਸ IPV ਇਨਐਕਟੀਵੇਟਿਡ ਪੋਲੀਓ ਵਾਇਰਸ ਜਿਹੜੀ ਹੈਗੀ ਆ ਇਹ ਸੇਫ ਵੈਕਸੀਨ ਆ ਕਿਉਂਕਿ ਇਨਐਕਟੀਵੇਟਿਡ ਹੈਗੀ ਆ, ਇਹਨੂੰ ਆਪਾਂ ਦੇ ਸਕਦੇ ਹਾਂ। Next, one important principle of the immunization program is based on, so ਸਾਡੇ ਕੋਲ options ਨੇ ਜੀ, statistical occurrence, option B epidemiological situations, C cold chain management, and D surveillance study. So here our correct answer is epidemiological situations. ਵੈਕਸੀਨ ਪ੍ਰੋਗਰਾਮਸ ਜਿਹੜੇ ਹੁੰਦੇ ਆ ਉਹਨਾਂ ਦਾ ਬੇਸ ਪ੍ਰਿੰਸੀਪਲ ਹੁੰਦਾ ਐਪੀਡੈਮੀਓਲੋਜੀ, ਮਤਲਬ ਕਿ ਕਿੱਥੇ ਡਿਸੀਜ਼ ਜ਼ਿਆਦਾ ਹੈ, ਕਿੰਨੇ ਬੰਦੇ ਰਿਸਕ 'ਤੇ ਨੇ। ਸੋ ਉਸ ਹਿਸਾਬ ਦੇ ਨਾਲ ਇਹ ਆਪਣੀ ਉਹ ਸਕੇਡਿਊਲ ਬਣਾਉਂਦੇ ਆ, ਸਟ੍ਰੈਟਜੀ ਕ੍ਰੀਏਟ ਕਰਦੇ ਆ। ਦੈਨ ਜਿਹੜੀ ਕੋਲਡ ਚੇਨ ਮੈਨੇਜਮੈਂਟ ਹੋ ਗਿਆ ਜਾਂ ਸਰਵੇਲੈਂਸ ਹੋ ਗਈ, ਇਹ ਵੀ ਜ਼ਰੂਰੀ ਨੇ, ਬਟ ਇਹ ਜਿਹੜੇ ਬੇਸਿਕ ਪ੍ਰਿੰਸੀਪਲ ਨਹੀਂ ਹੈਗੇ, ਜਸਟ ਸਪੋਰਟ ਸਿਸਟਮ ਨੇ।